अस्सलाम वालेकुम मैं हसनैन जमान ਤੇ ਤੁਸੀਂ ਵੇਖ ਰਹੇ ਹੋ ਸਨ ਪੋਡਕਾਸਟ ਨਾਲ ਦੀ ਨਾਲ ਜੀ ਗੱਲ ਕਰਾਂਗੇ ਪਾਕਿਸਤਾਨ ਦੇ ਅੰਦਰ ਅਕਲੀਤਾਂ ਦੇ ਹਕੂਕ ਦੇ ਤਹਫੁਜ਼ ਦੀ ਪਾਕਿਸਤਾਨ ਦੀ ਸਿਆਸਤ ਦੀ ਇਹ ਸਾਰੇ ਮਾਮਲਾਤ ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਮੈਂਬਰ ਪੰਜਾਬ ਅਸੈਂਬਲੀ ਤਾਰਿਕ ਮਸੀਹ ਗਿੱਲ ਸਾਹਿਬ ਸਰ ਬਹੁਤ ਸ਼ੁਕਰੀਆ ਤੁਹਾਡੇ ਕੀਮਤੀ ਵਕਤ ਦਾ ਤੁਸੀਂ ਸਾਨੂੰ ਵਕਤ ਦਿੱਤਾ ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਤੁਹਾਡਾ ਨੂਨ ਲੀਗ ਨਾਲ ਕਿਵੇਂ ਰਿਸ਼ਤਾ ਬਣਿਆ ਆਇਆ ਨੂਨ ਲੀਗ ਦਾ ਨਾਲ ਮੇਰਾ ਰਿਸ਼ਤਾ ਜਿਹੜਾ ਅੱਜ ਦਾ ਨਹੀਂ ਸਾਲ ਤੋਂ ਹੋ ਗਏ ਅੱਛਾ ਹਾਂਜੀ ਮੈਂ ਦਰਅਸਲ ਨਾ ਜੋ ਕਾਲਜ ਚ ਪੜ੍ਹਨਾ ਸਨ ਤੇ ਮੈਂ ਮੀਆਂ ਨਵਾਜ਼ ਸ਼ਰੀਫ ਨੂੰ ਆਪਣਾ ਲੀਡਰ ਮੰਨਣਾ ਸੀ ਤੇ ਮੀਆਂ ਸ਼ਹਬਾਜ਼ ਸ਼ਰੀਫ ਨੂੰ ਉਹ ਇਸ ਕਰਕੇ ਕਿ ਦੋਵਾਂ ਭਰਾਵਾਂ ਦਾ ਬੜਾ ਆਪਸ ਚ ਇਤਫਾਕ ਸੀ ਤੇ ਇੱਕ ਦੂਸਰੇ ਤੋਂ ਬਗੈਰ ਰਹਿੰਦੇ ਨਹੀਂ ਸਨ ਤੇ ਮੈਂ ਸ਼ੁਰੂ ਤੋਂ ਨਾ ਇਤਫਾਕ ਨੂੰ ਮੁਹੱਬਤ ਨੂੰ ਤੇ ਯਗਾਨਗਤ ਨੂੰ ਤੇ ਇਤਿਹਾਦ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਦਾ ਸਾਂ ਤਾਂ ਮੈਨੂੰ ਇਹੋ ਹੀ ਤਾਂ ਮੈਂ ਬਚਪਨ ਤੋਂ ਜਵਾਨੀ ਤੋਂ ਬਾਅਦ ਬੁਢਾਪੇ ਚ ਆ ਗਿਆ ਤੇ ਫਿਰ ਵੀ ਹਾਲੇ ਤੱਕ ਮੈਨੂੰ ਸਿਰਫ ਉਹੀ ਗੱਲ ਆਉਂਦੀ ਕਿ ਜਿਹੜਾ ਇਤਫਾਕ ਹੈ ਨਾ ਇਹ ਤੇ ਮੁਹੱਬਤ ਜਿਹੜੀ ਨਾ ਇਹ ਇਨਸਾਨ ਨੂੰ ਪ੍ਰਵਾਨ ਚੜਾਉਂਦੀ ਤੇ ਦੋਨੋਂ ਭਰਾਵਾਂ ਦਾ ਇੰਨਾ ਕੁ ਪਿਆਰ ਸੀ ਬਲਕਿ ਹੁਣ ਵੀ ਆਵੇ ਮੀਆਂ ਸ਼ਹਬਾਜ਼ ਸ਼ਰੀਫ ਮੀਆਂ ਨਵਾਜ਼ ਸ਼ਰੀਫ ਨੂੰ ਆਪਣੇ ਅੱਬਾ ਜੀ ਸਮਝਦੇ ਨੇ ਯਾਨੀ ਕਿ ਜਦੋਂ ਵੀ ਤੁਸੀਂ ਦੇਖੋਗੇ ਤੇ ਤੁਸੀਂ ਉਹ ਜੋ ਕੁਛ ਮੀਆਂ ਨਵਾਜ਼ ਸ਼ਰੀਫ ਦਾ ਆਰਡਰ ਹੋਏਗਾ ਉਹਨੂੰ ਓਬੇ ਕਰਦੇ ਨੇ ਉਹ ਕਹਿੰਦੇ ਨੇ ਕਿ ਜੋ ਕੁਛ ਮੀਆਂ ਨਵਾਜ਼ ਸ਼ਰੀਫ ਨੇ ਕਹਿ ਦਿੱਤਾ ਹੈ ਉਹਨਾਂ ਦਾ ਹੁਕਮ ਜਿਹੜਾ ਖੁਦਾ ਤੋਂ ਬਾਅਦ ਆਖਰੀ ਹੈ ਤੇ ਇਸ ਕਰਕੇ ਨਾ ਮੈਂ ਉਹਨਾਂ ਦੀ ਮੁਹੱਬਤ ਨੂੰ ਤੇ ਉਹਨਾਂ ਦੀ ਇੱਜ਼ਤ ਕਰਨ ਨੂੰ ਇੱਕ ਦੂਸਰੇ ਦੇ ਮੀਆਂ ਨਵਾਜ਼ ਸ਼ਰੀਫ ਮੀਆਂ ਸ਼ਹਬਾਜ਼ ਸ਼ਰੀਫ ਨਾਲ ਪਿਆਰ ਕਰਦੇ ਨੇ ਤੇ ਮੀਆਂ ਸ਼ਹਬਾਜ਼ ਸ਼ਰੀਫ ਜਿਹੜੇ ਮੀਆਂ ਨਵਾਜ਼ ਸ਼ਰੀਫ ਦੀ ਇੱਜ਼ਤ ਐਸਾ ਕਰਦੇ ਜਿਸ ਦੇ ਵਾਲਿਦ ਸਾਹਿਬ ਦੀ ਕਰਦੇ ਸਨ ਠੀਕ ਹੈ ਤੁਹਾਡਾ ਨੂਨ ਲੀਗ ਨਾਲ ਰਿਸ਼ਤਾ ਸ਼ੁਰੂ ਹੋਇਆ ਅੱਜ ਕੱਲ੍ਹ ਜਿਹੜਾ ਰਿਸ਼ਤਾ ਹੈ ਤੁਹਾਡਾ ਨੂਨ ਲੀਗ ਨਾਲ ਉਹ ਕਿਹਦਾ ਚੱਲ ਰਿਹਾ ਹੈ ਸ਼ੁਕਰ ਹੈ ਖੁਦਾਵੰਦ ਦਾ ਮੈਂ ਨੂਨ ਲੀਗ ਦੇ ਜਦੋਂ ਦਾ ਆਇਆ ਹਾਂ ਮੈਂ ਉਦੋਂ ਬੇਸਿਕਲੀ ਮੈਂ ਸਨ 1987 ਚ ਪਹਿਲਾ ਇਲੈਕਸ਼ਨ ਲੜਿਆ ਫਿਰ 91 ਚ ਲੜਿਆ ਉਸ ਵਿੱਚ ਸਾਡੇ ਸੈਪਰੇਟ ਇਲੈਕਸ਼ਨ ਹੁੰਦੇ ਸਨ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਸਨ ਤੇ ਮੀਆਂ ਸ਼ਹਬਾਜ਼ ਸ਼ਰੀਫ ਜਿਹੜੇ ਸਨ ਉਹ ਵਜ਼ੀਰ ਆਲਾ ਹੁੰਦੇ ਸਨ ਪਹਿਲੇ ਇਸ ਤਰੀਕੇ ਨਾਲ ਅੱਗੇ ਚੱਲਦੇ ਰਹੇ ਤੇ ਜਿਸ ਵਕਤ ਮਿਆਜ਼ਰ ਸਾਹਿਬ ਲਾਰਡ ਮੇਅਰ ਸਨ ਤੇ ਉਸ ਵਕਤ ਤੋਂ ਲੈ ਕੇ ਤੇ ਫਿਰ ਮੈਂ ਜੋ ਕਿ ਕੌਂਸਲਰ ਬਣਦਾ ਰਿਹਾ ਤੇ ਖਵਾਜਾ ਅਹਿਮਦ ਸਾਹਿਬ ਮੀਆਂ ਅਬਦੁਲ ਮਜੀਦ ਸਾਹਿਬ ਤੇ ਇਹ ਸਾਰੇ ਜਿਸ ਵਕਤ ਲਾਰਡ ਮੇਅਰ ਬਣਦੇ ਸਨ ਤੋਂ ਮੈਂ ਨਾਲ ਆਪਣੇ ਇਲੈਕਟ ਹੋਣਾ ਸਾਂ ਮੈਂ ਆਪਣੀ ਕਮਿਊਨਿਟੀ ਦੇ ਕੋਲ ਵੋਟ ਲੈਣਾ ਸਾਂ ਸਰ ਤੁਹਾਡਾ ਤਾਲੁਕ ਕ੍ਰਿਸਚੀਅਨ ਕਮਿਊਨਿਟੀ ਨਾਲ ਹੈ ਨੂਨ ਲੀਗ ਨੇ ਇੰਨੀ ਇੱਜ਼ਤ ਦਿੱਤੀ ਕਿਤਨੀ ਇੱਜ਼ਤ ਦਿੱਤੀ ਕ੍ਰਿਸਚੀਅਨ ਕਮਿਊਨਿਟੀ ਨੂੰ ਕਿ ਕੋਈ ਹੋਰ ਜਮਾਤ ਨਹੀਂ ਦੇ ਬਈ ਤੁਸੀਂ ਨੂਨ ਲੀਗ ਦਾ ਇੰਤਖਾਬ ਕੀਤਾ ਦੇਖੋ ਨੂਨ ਲੀਗ ਦੇ ਜਿਹੜੇ ਕਿਆਦਤ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਇਹਨਾਂ ਨੇ ਮਸੀਹੀ ਲੋਕਾਂ ਨੂੰ ਦੱਸਿਆ ਕਿ ਹਕੀਕੀ ਲੋਕ ਤੁਸੀਂ ਹੋ ਜਿਨ੍ਹਾਂ ਨੇ ਪਾਕਿਸਤਾਨ ਦੇ ਬਣਾਉਣ ਦੇ ਵਿੱਚ ਆਪਣੀ ਕੁਰਬਾਨੀਆਂ ਜਿਹੜੀਆਂ ਨੂੰ ਦਿੱਤੀਆਂ ਨੇ ਜਸਟ ਲਾਈਕ ਜਿਸ ਤਰ੍ਹਾਂ ਕਿ ਪਾਕਿਸਤਾਨ ਦਾ ਹਿੱਸਾ ਪੰਜਾਬ ਨਹੀਂ ਸੀ ਬਣ ਰਿਹਾ ਤੇ ਪਾਕਿਸਤਾਨ ਦਾ ਹਿੱਸਾ ਪੰਜਾਬ ਦੇ ਬਣਾਉਣ ਵਾਸਤੇ ਸਾਡੀ ਕ੍ਰਿਸਚੀਅਨ ਕਮਿਊਨਿਟੀ ਦੇ ਜਿਹੜੇ ਲੀਡਰ ਸਨ ਉਸ ਵਕਤ ਤੇ ਉਹਨਾਂ ਲੋਕਾਂ ਨੇ ਫਿਰ ਵੋਟ ਦੇ ਕੇ ਸਾਬਤ ਕੀਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਪਿਆਰ ਕਰਨੇ ਆ ਤੇ ਜੋ ਪਾਕਿਸਤਾਨ ਦਾ ਪਿਆਰ ਕਰਨ ਵਾਲੀ ਕੌਮ ਹੋਵੇ ਤੇ ਉਸ ਦੇ ਅੰਦਰ ਜਿਹੜੀ ਲੀਡਰਸ਼ਿਪ ਆਂਦੀ ਹੈ ਰਿਆਸਤ ਨੂੰ ਸੰਭਾਲਦੀ ਹੈ ਤੇ ਰਿਆਸਤ ਦੇ ਵਿੱਚ ਆਉਂਦੇ ਨੇ ਤੇ ਰਿਆਸਤ ਦੇ ਵਿੱਚ ਆਉਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਜਿਹੜੇ ਸਮਝਦਾਰ ਲੋਕ ਸਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਇਸ ਕਮਿਊਨਿਟੀ ਦੇ ਨਾਲ ਕਿੰਨਾ ਕੁ ਪਿਆਰ ਕਰਨਾ ਹੈ ਇਹਨਾਂ ਦੀ ਕੁਰਬਾਨੀ ਨੂੰ ਕਿਸ ਤਰ੍ਹਾਂ ਯਾਦ ਰੱਖਣਾ ਮੈਂ ਤੁਹਾਨੂੰ ਇੱਕ ਬੜੀ ਖੁਸ਼ੀ ਦੀ ਗੱਲ ਦੱਸਦਾ ਕਿ ਪਹਿਲੇ जनाब जुल्फकार अली भट्टो साहब ने भट्टो साहब आए प्राइम मिनिस्टर बने अयूब साहब आए फलाने आए ढिंगड़े आए सारे आ गए लेकिन जो नवाज शरीफ आया तो नवाज शरीफ ने क्रिश्चियन कम्युनिटी दे नाल इंतहा तो ज्यादा प्यार किया ठीक है हद तो ज्यादा प्यार किया तुसीं देखिया कि नवाज शरीफ की हुकूमत दे विच कामरान माइकल जड़ा वो वजीर खजाना बन गया नवाज शरीफ की हुकूमत दे विच खलील ताज संधू जड़ा ਉਹ ਵਜ਼ਾਰਤ ਸਿਹਤ ਦਾ ਕਲਮਦਾਨ ਉਹਨੂੰ ਮਿਲ ਗਿਆ ਨਵਾਜ਼ ਸ਼ਰੀਫ ਦੀ ਹਕੂਮਤ ਦੇ ਵਿੱਚ ਤੁਸੀਂ ਦੇਖਿਆ ਪੋਰਟ ਐਂਡ ਸ਼ਿਪਿੰਗ ਦੀ ਮਿਨਿਸਟਰੀ ਜਿਹੜੀ ਹੈ ਉਹ ਕਾਮਰਾਨ ਮਾਈਕਲ ਕੋਲ ਰਹੀ ਇਹ ਕੋਈ ਛੋਟੀਆਂ ਮਿਨਿਸਟਰੀਆਂ ਨਹੀਂ ਇਹ ਉਹ ਮਿਨਿਸਟਰੀਆਂ ਨੇ ਜਿਨ੍ਹਾਂ ਦੇ ਉੱਤੇ ਇੱਕ ਸਾਰੀ ਦੁਨੀਆ ਇੱਧਰ ਉੱਧਰ ਹੋ ਜਾਏ ਤੇ ਇਹਨਾਂ ਦੇ ਨਾਮ ਜਿਨ੍ਹਾਂ ਲੋਕਾਂ ਨੇ ਇਹਨਾਂ ਅਹੁਦਿਆਂ ਤੇ ਰਹੇ ਨੇ ਉਹਨਾਂ ਦੇ ਨਾਂ ਜ਼ਿੰਦਾ ਰਹਿਣਗੇ ਕਾਮਰਾਨ ਮਾਈਕਲ ਨੂੰ ਪੋਰਟ ਐਂਡ ਸ਼ਿਪਿੰਗ ਦੀ ਮਿਨਿਸਟਰੀ ਉਹ ਦਿੱਤੀ ਗਈ ਜਿਹਦੇ ਉੱਤੇ MKM ਪਲਦੀ ਸੀ MKM ਦੇ ਲੀਡਰ ਜਿਹੜੇ ਸੀ ਕਹਿੰਦੇ ਸਾਨੂੰ 10 ਮਿਨਿਸਟਰੀਆਂ ਨਹੀਂ ਚਾਹੀਦੀਆਂ ਸਾਨੂੰ ਸਿਰਫ ਪੋਰਟ ਐਂਡ ਸ਼ਿਪਿੰਗ ਦੇ ਦਿਓ ਅਸੀਂ ਆਪਣੀ ਕੌਮ ਨੂੰ ਥੋੜਾ ਜਿਹਾ ਪਾਲ ਵੀ ਲਵਾਂਗੇ ਤੇ ਅਸੀਂ ਆਪਣੀ ਕੌਮ ਨੂੰ ਦੱਸ ਵੀ ਦੇਵਾਂਗੇ ਕਿ ਕਿਸ ਤਰ੍ਹਾਂ ਕੌਮਾਂ ਬਣਦੀਆਂ ਨੇ ਠੀਕ ਹੈ ਮੀਆਂ ਨਵਾਜ਼ ਸ਼ਰੀਫ ਨੇ ਸਾਡੀ ਕਮਿਊਨਿਟੀ ਨੂੰ ਇਹ ਮਿਨਿਸਟਰੀ ਦੇ ਕੇ ਸਾਬਤ ਕੀਤਾ ਕਿ ਮੈਂ ਪਾਕਿਸਤਾਨ ਚ ਰਹਿਣ ਵਾਲੀ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਬਹੁਤ ਪਿਆਰ ਕਰਨਾ ਉਹਦੀ ਵਜ੍ਹਾ ਹੈ ਵੇ ਕਿ ਅੱਜ ਤਾਰਿਕ ਗਿੱਲ ਜਿਹੜਾ ਨਾ ਉਹ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਵਿੱਚ 1 ਸੈਕਿੰਡ ਦਾ ਵੀ ਲੋਟਾ ਨਹੀਂ ਬਣਿਆ
ਉਹਨੇ ਆਪਣੀ ਜਾਨ ਤਲੀ ਦੇ ਉੱਤੇ ਰੱਖ ਕੇ ਨਾ ਤੇ ਫਿਰ ਮੀਆਂ ਨਵਾਜ਼ ਸ਼ਰੀਫ ਨੂੰ ਜਿਸ ਤਰੀਕੇ ਦੇ ਨਾਲ ਜੁਰਅਤ ਦੇ ਨਾਲ ਨਾਰਾ ਮਾਰਦਾ ਹੈ, ਇਹ ਪੂਰੀ ਅਸੈਂਬਲੀ ਕੀ ਬਲਕਿ ਗਲੀਆਂ ਕੂਚਿਆਂ ਦੇ ਵਿੱਚ ਵੀ ਮਸ਼ਹੂਰ ਹੈ ਕਿ ਤਾਰਿਕ ਗਿਲਜਰ ਆਪਣੇ ਦਿਲ ਦੀ ਆਵਾਜ਼ ਤੋਂ ਮੀਆਂ ਨਵਾਜ਼ ਸ਼ਰੀਫ, ਮੀਆਂ ਸ਼ਹਬਾਜ਼ ਸ਼ਰੀਫ ਤੇ ਹਮਜ਼ਾ ਸ਼ਹਬਾਜ਼ ਦਾ ਨਾਰਾ ਮਾਰਦਾ। ਤੁਸੀਂ ਗੱਲ ਕੀਤੀ ਕਿ ਤਾਰਿਕ ਗਿਲ ਜਿਹੜਾ ਹੈ ਇਹ ਲੋਟਾ ਨਹੀਂ ਬਣਿਆ, ਸਾਡੇ ਅਸੀਂ ਇੱਕ ਗਲਤ ਨਾਮ ਬਣਾ ਦਿੱਤਾ ਲੋਟਾ, ਐਮਪੀ ਕਿਸੇ ਦੂਸਰੀ ਪਾਰਟੀ ਚਲਾ ਜਾਂਦਾ ਹੈ ਨਾ, ਤੇ ਤੁਹਾਨੂੰ ਵੀ ਕਦੀ ਕਿਸੇ ਪਾਰਟੀ ਨੇ ਆਫਰ ਕੀਤੀ ਕਿ ਜਨਾਬ ਸਾਡੀ ਪਾਰਟੀ ਚ ਆ ਜਾਓ? ਵਾਈ ਨੋਟ, ਮੈਂ ਤੁਹਾਨੂੰ ਦੱਸਣਾ ਮੇਰੇ ਵਾਸਤੇ ਬੜੇ ਮੈਂ ਫਖਰ ਨਾਲ ਦੱਸਣਾ, ਮੀਆਂ ਹਮਜ਼ਾ ਸ਼ਹਬਾਜ਼ ਸਾਹਿਬ ਦਾ ਜਦੋਂ ਵਜ਼ਾਰਤ ਆਲਾ ਦਾ ਇਲੈਕਸ਼ਨ ਆਇਆ ਤੇ ਮੇਰੀ ਇੱਕ ਡਿਊਟੀ ਲੱਗ ਗਈ ਕਿ ਇੱਕ ਮੈਂ ਅੱਜ ਉਹ ਬੰਦਾ ਮੌਜੂਦ ਹੈ ਮਹਿੰਦਰਪਾਲ, ਮੈਂ ਉਹਦੇ ਕੋਲ ਗਿਆ ਸਾਂ, ਮੈਨੂੰ ਮੀਆਂ ਸਾਹਿਬ ਨੇ ਕਿਹਾ ਤੁਹਾਡਾ ਉਹ ਦੋਸਤ ਹੈ ਤੇ ਉਹਨਾਂ ਨਾਲ ਗੱਲ ਕਰ ਲਓ, ਆਉਣਾ ਚਾਹੀਦਾ। ਮੈਂ ਉਹਦੇ ਕੋਲ ਚਲਾ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਨਹੀਂ, ਉਹਨੇ ਜਾ ਕੇ ਤੇ ਮੇਰੀ ਗੱਲ ਕਰਾ ਦਿੱਤੀ ਮੀਆਂ ਚੌਧਰੀ ਪਰਵੇਜ਼ ਲਾਈ ਨਾਲ। ਉਹਨੇ ਕਿਹਾ ਕਿ ਉਹਨੇ ਅੱਗੋਂ ਮੈਨੂੰ ਆਖਿਆ ਕਿ ਮੈਨੂੰ ਬੜੀ ਅਫਸੋਸ ਨਾਲ ਇਹ ਗੱਲ ਨਹੀਂ ਸੁਣਨੀ ਪਈ, ਉਹਨੇ ਕਿਹਾ ਤਾਰਿਕ ਇਹ ਸਰਦਾਰ ਹੈ, ਚੌਧਰੀ ਪਰਵੇਜ਼ ਲਾਈ हाँ ने क्या सरदार है एक, बस वो ने एक लफ्ज़ बोलिया ने क्या ये ईसाई नहीं गा ਪਰਵੇਜ਼ ਲਾਈ हाँ जी, वो दो बंदे जिन्होंने उन्होंने पीटीआई ਨੂੰ ਛੱਡ ਕੇ ਤੇ ਸਾਡੇ ਵਾਲੇ ਪਾਸੇ ਆਏ ਸਨ ਤੇ ਮੈਂ ਉਹਨੂੰ ਆਖਿਆ ਸਰਦਾਰ ਹੈ ਤੇ ਫਿਰ ਤੁਹਾਨੂੰ ਵੀ ਤੁਸੀਂ ਵੀ ਕਿਸੇ ਕ੍ਰਿਸਚੀਅਨ ਨੂੰ ਸੁੱਚਲ ਕ੍ਰਿਸਚੀਅਨ ਨੂੰ ਨਹੀਂ ਪਹੁੰਚੇ, ਕਹਿੰਦੇ ਮੈਂ ਸਾਰਾ ਕੁਝ ਜਾਣਨਾ ਵਾਂ। ਇਸ ਪਰਵੇਜ਼ ਲਾਈ ਨੇ ਆਖਿਆ, ਮੇਰੇ ਕੰਨਾਂ ਦੇ ਵਿੱਚ ਆਵਾਜ਼ ਆਈ, ਫੋਨ ਦੇ ਉੱਤੇ ਆਵਾਜ਼ ਆਈ, ਮੈਂ ਉੱਠ ਕੇ ਚਲਾ ਗਿਆ। ਜਦੋਂ ਮੈਂ ਉੱਥੇ ਗਿਆ ਤੇ ਮੈਂ ਇੱਕ ਹੋਟਲ ਸੀ ਰਾਇਲ ਸਵਿਸ, ਉਹਦੇ ਵਿੱਚ ਸਾਡੀ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਵਿੱਚ ਮੈਂ ਉਦੋਂ ਗਇਆ ਸੀ, ਉੱਥੇ ਮੈਨੂੰ ਕਮਰੇ ਦੇ ਅੰਦਰ ਇੱਕ ਨਾਂ ਬੰਦੇ ਦਾ ਮੈਂ ਦੱਸ ਸਕਣਾ, ਵਕਾਸ ਨਾਂ ਦਾ ਬੰਦਾ ਆਇਆ, ਮੇਰੇ ਕੋਲ 30 ਕਰੋੜ ਦੀ ਆਫਰ ਆਈ, 30 ਕਰੋੜ ਦੀ, 30 ਕਰੋੜ ਰੁਪਇਆ, ਯੈਸ 30 ਕਰੋੜ ਦੇ ਵਿੱਚੋਂ ਕੁਝ ਪੇਮੈਂਟ ਮੇਰੇ ਨਾਲ ਉਹਨੇ ਬਰੀਫ ਕੇਸ ਦੇ ਵਿੱਚੋਂ ਲੈ ਕੇ ਆ ਗਿਆ, ਕਮਰੇ ਦੇ ਵਿੱਚ ਐਂਟਰ ਹੋ ਗਿਆ, ਦਲੇਰੀ ਦੀਦਾ ਦਲੇਰੀ। ਉਹਨੇ ਕਿਹਾ ਯਾਰ ਤੇਰਾ ਕੱਲੇ ਦਾ ਮੁੱਲ ਹੀ ਸਾਡੇ ਵਾਸਤੇ, ਤੂੰ ਦੱਸ ਜਾ ਕਦੀ ਜ਼ਿੰਦਗੀ 'ਚ ਤੂੰ ਵੋਟ ਵੀ ਨਹੀਂ ਪਾਣਾ, ਤੂੰ ਵੋਟ ਵਾਸਤੇ ਨਹੀਂ ਜਾਣਾ। ਤੇ ਮੈਂ ਇੱਕ ਜਵਾਬ ਦਿੱਤਾ ਕਿ ਮੈਂ ਕ੍ਰਿਸਚਨ ਹਾਂ ਔਰ ਪਿਓਰ ਕ੍ਰਿਸਚਨ ਹਾਂ, ਔਰ ਮੇਰੀ ਰਗਾਂ ਦੇ ਵਿੱਚ ਮੇਰੇ ਯਸੂ ਦਾ ਉਹ ਬਲੱਡ ਹੈ ਜਿਹੜਾ ਇਨਸਾਨ ਦੀ ਜ਼ਿੰਦਗੀ ਵਾਸਤੇ ਬਹਾਇਆ ਗਿਆ। ਇੱਕ ਮੇਰੇ ਜੀਸਸ ਕ੍ਰਾਈਸਟ ਨੇ ਸਲੀਬ ਦੇ ਉੱਤੇ ਖੂਨ ਦੀ ਨਦੀ ਇਸ ਕਰਕੇ ਬਹਾਈ ਕਿ ਜਿਹੜਾ ਇਨਸਾਨ ਔਰਤ ਤੋਂ ਪੈਦਾ ਹੋਇਆ ਹੈ, ਗੁਨਾਹ ਤੋਂ ਦੇ ਪੈਦਾਵਾਰ ਹੈ, ਉਹ ਇਨਸਾਨ ਨੂੰ ਪਾਕੀਜ਼ਗੀ ਦੇ ਵਿੱਚ ਬਦਲਣ ਵਾਸਤੇ, ਉਹਦੀ ਨਜਾਤ ਦਾ ਸਬਬ ਬਣਨ ਵਾਸਤੇ ਖੁਦਾਵੰਦ ਯਿਸੂ ਮਸੀਹ ਨੇ ਆਪਣੀ ਜਾਨ ਦਾ ਨਜ਼ਰਾਨਾ ਦਿੱਤਾ। ਤੇ ਮੈਂ ਕਿਹਾ ਮੇਰੇ ਅੰਦਰ ਮੇਰੇ ਜੀਸਸ ਕ੍ਰਾਈਸਟ ਦਾ ਸੁੱਚਲ ਸੱਚਾ ਤੇ ਪਿਓਰ ਬਲੱਡ ਹੈ, ਤੇ ਉਹਦੀ ਵਜ੍ਹਾ ਤੋਂ ਮੈਂ ਉਹਨੂੰ ਆਖਿਆ, ਮੈਂ ਕਿਹਾ ਹੁਣ ਸੁਣ ਮੇਰੀ ਗੱਲ, ਆਇਆ ਤੂੰ ਮੇਰੇ ਕੋਲ, ਬਿਸਮਿਲ੍ਲਾ, ਖੁਦਾਵੰਦ ਤੇਰੇ ਸਾਥ ਹੋਵੇ। ਲੇਕਿਨ ਇਹ ਤਾਰਿਕ ਗਿਲ ਜਿਹੜਾ ਹੈ ਇਹ ਮੀਆਂ ਹਮਜ਼ਾ ਸ਼ਹਬਾਜ਼ ਦੀ ਜੂਤੀ ਦਾ ਤਸਮਾ ਖੋਲੇ ਤੇ ਉਹ ਵੀ ਕੰਮ ਹੈ, ਕਿਉਂਕਿ ਅੱਜ ਮੈਂ ਅਗਰ ਐਮਪੀ ਹਾਂ, ਪਿਛਲੀ 13 ਤੋਂ ਲੈ ਕੇ ਤੇ 18 ਤੱਕ ਮੈਂ ਪਾਰਲੀਮੈਂਟਰੀ ਸੈਕਟਰੀ ਰਿਹਾ ਹਾਂ ਫॉर ਹਿਊਮਨ ਰਾਈਟਸ ਐਂਡ ਮਾਈਨॉरिटी ਅਫੇਅਰ। ਮੈਂ ਕਿਹਾ 8 ਤੋਂ ਲੈ ਕੇ ਤੇ 13 ਤੱਕ ਮੈਂ ਪੋਲੀਟੀਕਲ ਅਸਿਸਟੈਂਟ ਟੂ ਸੀਐਮ ਫॉर ਮਾਈਨॉरिटी ਅਫੇਅਰ ਐਂਡ ਹਿਊਮਨ ਰਾਈਟਸ ਰਿਹਾ ਹਾਂ। ਮੈਂ ਕਿਹਾ ਮੈਂ ਇਹ ਸਾਰਾ ਕੁਝ ਜੋੜਿਆ, ਹੁਣ ਫਿਰ ਅੱਗੇ 18 ਤੋਂ ਲੈ ਕੇ ਤੇ ਫਿਰ 24 ਤੱਕ ਦੁਬਾਰਾ ਜਿਹੜਾ ਮੈਂ ਐਮਪੀਏ ਬਣਿਆ, ਫਿਰ ਉਸ ਤੋਂ ਬਾਅਦ ਮੈਂ ਕਿਹਾ ਹੁਣ ਦੁਬਾਰਾ ਜਿਹੜਾ ਇਹ ਫਿਰ ਮੈਂ ਅਗਰ ਬਣਿਆ ਤੇ ਮੀਆਂ ਹਮਜ਼ਾ ਸਾਹਿਬ ਦੇ ਚਿਹਰੇ ਨੂੰ, ਮੀਆਂ ਹਮਜ਼ਾ ਸਾਹਿਬ ਦੇ ਮੱਥੇ ਨੂੰ ਸਲੂਟ ਕਰਨਾ ਕਿ ਜਿਹੜਾ ਤਾਰਿਕ ਗਿਲ ਦੇ ਨਾਲ ਪਿਆਰ ਕਰਦਾ ਹੈ, ਔਰ ਉਸ ਸ਼ਖਸ ਨੇ ਮੈਨੂੰ ਛੱਡਿਆ ਨਹੀਂ ਇਸ ਕਰਕੇ ਕਿ ਮੈਂ ਕਿ ਮੈਂ ਵਫਾਦਾਰ ਇਨਸਾਨ ਹਾਂ। ਔਰ ਮੈਂ ਜਿਸ ਵਕਤ ਮੀਆਂ ਹਮਜ਼ਾ ਸਾਹਿਬ ਮੇਰੇ ਹਲਕੇ ਦੇ ਐਮਐਨਏ ਨੇ, ਬਿਲਕੁਲ ਮੀਆਂ ਹਮਜ਼ਾ ਸਾਹਿਬ ਮੇਰੇ ਹਲਕੇ ਤੋਂ ਐਮਪੀ ਦਾ ਵੀ ਇਲੈਕਸ਼ਨ ਲੜੇ ਨੇ, ਸਾਦ ਰਫੀਕ ਸਾਹਿਬ ਮੇਰੇ ਹਲਕੇ 'ਚ ਐਮਐਨਏ ਦਾ ਇਲੈਕਸ਼ਨ ਲੜੇ ਨੇ, ਸਾਦ ਰਫੀਕ ਸਾਹਿਬ ਮੇਰੇ ਨਾਲ ਕੌਂਸਲਰ ਰਹੇ ਨੇ, ਔਰ ਜਿਹੜੇ ਕੌਂਸਲਰ ਮੇਰੇ ਨੇ ਉਹਨਾਂ ਸਭ ਤੋਂ ਜ਼ਿਆਦਾ ਜਿੰਨੇ ਕੌਂਸਲਰ ਸਨ ਮੈਂ ਸਾਦ ਰਫੀਕ ਨੂੰ ਆਪਣਾ ਲੀਡਰ ਮੰਨਣਾ ਕਿ ਉਸ ਸ਼ਖਸ ਨੇ ਮੈਨੂੰ ਜੁਰਅਤ ਦਿੱਤੀ, ਉਸ ਸ਼ਖਸ ਨੇ ਮੇਰੇ ਅੰਦਰ ਹਿੰਮਤ ਪੈਦਾ ਕੀਤੀ, ਉਸ ਸ਼ਖਸ ਨੇ ਮੇਰੇ ਅੰਦਰ ਜਜ਼ਬਾ ਅਖੂਵਤ ਔਰ ਜਜ਼ਬਾ ਕੌਮੀਅਤ ਪੈਦਾ ਕੀਤਾ, ਔਰ ਉਸ ਸ਼ਖਸ ਨੇ ਮੈਨੂੰ ਤਾਕਤ ਦਿੱਤੀ ਕਿ ਮੈਂ ਜਾ ਕੇ ਆਪਣੀ ਕੌਮ ਦੀ ਜਿਹੜੇ ਕੰਮ ਸਨ ਜਾਂ ਜਿਹੜੇ ਉਹਨਾਂ ਦੇ ਮਸਾਇਲ ਸਨ ਉਹਨਾਂ ਦੇ ਹੱਲ ਵਾਸਤੇ ਮੈਂ ਆਪਣੀ ਪੂਰਾ ਜ਼ੋਰ ਲਾਉਣਾ ਸਾਂ ਔਰ ਟਿਕਾਵਾਂ ਜ਼ੋਰ ਲਾਉਣਾ ਸਾਂ। ਔਰ ਅੱਜ ਮੇਰੀ ਕੌਮ ਦੇ ਹਰ ਸ਼ਖਸ ਮੈਨੂੰ ਪਿਆਰ ਕਿਉਂ ਕਰਦਾ ਹੈ, ਉਹਨਾਂ ਨੂੰ ਪਤਾ ਹੈ ਕਿ ਦੀਦਾ ਦਲੇਰੀ ਦੇ ਨਾਲ ਮੈਂ ਆਪਣੀ ਕਮਿਊਨਿਟੀ ਦੀ ਆਵਾਜ਼ ਐਵਾਨ ਬਾਲਾ 'ਚ ਵੀ, ਐਵਾਨ ਪੰਜਾਬ ਦੇ ਹਾਊਸ ਦੇ ਵਿੱਚ ਪਹੁੰਚਾਉਣਾ ਵਾ। ਕੋਈ ਵੀ ਕੌਮ ਹੋਵੇ, ਉਹਨਾਂ ਦਾ ਅਗਰ ਲੀਡਰ ਸੁੱਤਾ ਰਵੇ, ਸੁਸਤ ਰਵੇ, ਉਹਨੂੰ ਬੋਲਣਾ ਨਾ ਆਉਂਦਾ ਹੋਵੇ, ਉਹਦੇ ਅੰਦਰ ਜੁਰਤ ਨਾ ਹੋਵੇ, ਤੇ ਉਹ ਕੌਮ ਦਾ ਸਤਿਆਨਾਸ਼ ਹੋ ਜਾਂਦਾ, ਉਹ ਕੌਮ ਦਾ ਬੇੜਾ ਗਰਕ ਹੋ ਜਾਂਦਾ, ਉਹ ਕੌਮ ਨਹੀਂ ਕਹਿਲਾਉਂਦੀ।
ਕੌਮ ਉਹੀ ਬਣਦੀ ਹੈ ਜਿਹੜਾ ਲੀਡਰ ਜਾਗਦਾ ਹੋਵੇ, ਠੀਕ ਹੈ, ਜਿਹਦਾ ਲੀਡਰ ਆਪਣੀ ਕਮਿਊਨਿਟੀ ਵਾਸਤੇ ਹਰ ਕਿਸਮ ਦੀ ਕੁਰਬਾਨੀ ਦੇਵੇ। ਠੀਕ। ਮੈਂ ਕੌਂਸਲਰ ਤੋਂ ਸ਼ੁਰੂ ਹੋਇਆ ਤੇ ਅੱਜ 3 ਦਫਾ ਐਮਪੀ ਬਣ ਗਿਆ, ਇੱਕ ਤਾਂ ਪਾਰਲੀਮੈਂਟਰੀ ਸੈਕਟਰੀ ਬਣ ਗਿਆ, ਇੱਕ ਤਾਂ ਪੋਲੀਟੀਕਲ ਅਸਿਸਟੈਂਟ ਸੀਐਮ ਬਣ ਗਿਆ, ਫਿਰ ਉਸ ਤੋਂ ਬਾਅਦ 3 ਦਫਾ ਮੈਂ ਕੌਂਸਲਰ ਇਲੈਕਟ ਹੋਇਆ, ਫਿਰ ਮੈਂ ਡਿਸਟ੍ਰਿਕਟ ਅਸੈਂਬਲੀ ਦਾ ਮੈਂਬਰ ਬਣ ਗਿਆ। ਔਰ ਮੈਂ ਆਪਣੇ ਰਾਈਟ ਵਾਸਤੇ ਕਦੀ ਵੀ ਕਿਸੇ ਨਾਲ ਸੌਦੇਬਾਜ਼ੀ ਨਹੀਂ ਕੀਤੀ। ਆਪਣੀ ਕੌਮ ਦੀ ਆਵਾਜ਼ ਬਣਨ ਵਾਸਤੇ, ਮੇਰੀ ਕੌਮ ਦੇ, ਮੇਰੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਕੋਈ ਜ਼ਿਆਦਤੀ ਹੋ ਜਾਏ ਤਾਂ ਮੈਂ ਸਭ ਤੋਂ ਅੱਗੇ ਆਪਣੀ ਇਹ ਨਹੀਂ ਦੇਖਣਾ ਕਿ ਮੈਨੂੰ ਛਿੱਤਰ ਪੈਣਗੇ, ਮੈਨੂੰ ਥੱਪੜ ਪੈਣਗੇ, ਮੈਨੂੰ ਡੰਡੇ ਪੈਣਗੇ, ਮੈਨੂੰ ਸੋਟੀਆਂ ਪੈਣਗੀਆਂ। ਮੈਂ ਉਸੇ ਵਕਤ ਕਹਿਣਾ ਵੀ ਬਸ ਆਪਣੀ ਕਮਿਊਨਿਟੀ ਦੇ ਅੰਦਰ ਖਲੋ ਗਿਆ ਨਾ ਤੇ ਮੇਰੀ ਕੌਮ ਦਾ ਨੌਜਵਾਨ ਜਿਹੜਾ ਨਾ ਦਲੇਰ ਹੁੰਦਾ ਹੈ। ਠੀਕ ਹੈ। ਅੱਛਾ, ਤੁਸੀਂ ਹਮਜ਼ਾ ਸ਼ਹਬਾਜ਼ ਸ਼ਰੀਫ ਸਾਹਿਬ ਦੀ ਬੜੀ ਬਾਰੇ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਦੇ ਨਾਲ ਬੜਾ ਅਟੈਚ ਹੋਏ, ਤੇ ਹਮਜ਼ਾ ਸਾਹਿਬ ਨੇ ਐਸਾ ਅਕਲੀਤਾਂ ਵਾਸਤੇ ਕਿਹੜਾ ਕੰਮ ਕੀਤਾ ਕਿ ਤੁਹਾਨੂੰ ਉਹਨਾਂ ਨੇ ਇਸ ਤਰ੍ਹਾਂ ਖਿੱਚਿਆ ਕਿ ਤੁਸੀਂ ਅੱਜ ਵੀ ਬੜੇ ਮੋਤਰਫ ਹੋ ਉਹਨਾਂ ਦੇ? ਕੰਮ ਤੇ ਉਹਨਾਂ ਦੇ ਬਾਪ ਨੇ ਬਹੁਤ ਜ਼ਿਆਦਾ ਕੀਤੇ ਨੇ, ਕੰਮ ਉਹਨਾਂ ਦੇ ਤਾਏ ਨੇ ਬਹੁਤ ਜ਼ਿਆਦਾ ਕੀਤੇ ਨੇ, ਕੰਮ ਤੇ ਉਸ ਸ਼ਖਸ ਨੇ ਵੀ ਬਹੁਤ ਜ਼ਿਆਦਾ ਕੀਤੇ ਨੇ। ਅਗਰ ਕੰਮਾਂ ਦੀ ਤਫਸੀਲ 'ਚ ਜਾਵਾਂਗਾ ਨਾ ਤੇ ਕੋਈ ਐਸਾ ਵਾਕਿਆ ਮੈਂ ਤੁਹਾਨੂੰ ਦੱਸਣਾ ਕਿ ਅਗਰ ਕੰਮਾਂ ਦੀ ਤਫਸੀਲ 'ਚ ਜਾਵਾਂਗਾ ਤੇ ਫਿਰ ਤੁਹਾਡਾ ਤੇ ਮੇਰਾ ਜਿਹੜਾ ਕੰਮ ਨੇ 24 ਘੰਟੇ ਵੀ ਚੱਲੇਗਾ ਤੇ ਇਹ ਫਿਰ ਮੁੱਕਦਾ ਨਹੀਂਗਾ। ਉਹਨਾਂ ਨੇ ਜੋ ਕੁਝ ਪਾਕਿਸਤਾਨ ਵਾਸਤੇ ਕੀਤਾ, ਜੋ ਕੁਝ ਉਹਨਾਂ ਮਾਈਨੋਰਟੀਜ਼ ਵਾਸਤੇ ਕੀਤਾ, ਉਹਨਾਂ ਦੀ ਤਫਸੀਲ ਬਹੁਤ ਲੰਬੀ ਹੈ। ਲੇਕਿਨ ਮੈਂ ਤੁਹਾਨੂੰ ਇੱਕ ਵਾਕਿਆ ਛੋਟਾ ਜਿਹਾ ਦੱਸਣਾ ਵਾ ਕਿ ਮੀਆਂ ਹਮਜ਼ਾ ਸਾਹਿਬ ਦਾ ਇਲੈਕਸ਼ਨ ਹੋਵੇ ਤੇ ਕੰਪੇਨ ਤੇ ਹੋਣ, ਤੇ ਉਹ ਮੀਆਂ ਹਮਜ਼ਾ ਸਾਹਿਬ ਜਿਹੜੇ ਨੇ ਉਹ ਮੇਰੇ ਘਰ ਵੱਲ ਜਿੱਥੇ ਮੈਂ ਰਹਿਣਾ ਉਹ ਆਬਾਦੀ ਹੈ, ਉਹਨੂੰ ਕਹਿੰਦੇ ਨੇ ਚਾਹ ਮੀਰਾ ਨੀਵਾਂ ਮਹੱਲਾ, ਮੀਰਾਂ ਦੀ ਖੋਈ, ਸ਼ਮਾਲੀ ਲਾਹੌਰ। ਮੀਆਂ ਹਮਜ਼ਾ ਸਾਹਿਬ ਉੱਥੇ ਐਜ਼ ਏ MNA ਕੈਂਡੀਡੇਟ ਹੋਣ, ਠੀਕ ਹੈ, ਮੇਰੇ ਲੀਡਰ ਹੋਣ। ਮੇਰਾ ਉਦੋਂ ਕ੍ਰਿਸਮਸ ਆ ਜਾਵੇ ਤੇ ਕ੍ਰਿਸਮਸ ਦੀ ਤਿਆਰੀ ਚੱਲ ਰਹੀ ਹੋਵੇ ਤੇ ਮੈਨੂੰ ਫੋਨ ਕਰ ਦਿੱਤਾ ਜਾਵੇ मियाँ मुश्तबा साहब ਵੱਲੋਂ कि गिल साहब आपने प्रोग्राम करना है और आपने क्या करना है कि मियाँ साहब का जलसा आपकी तरफ है, मिनॉरिटीज़ को इकट्ठा करना। और नीवे महल्ले च जलसा शुरू हो जाता है। मैं थे क्या मियाँ साहब क्रिसमस भी है तो तुसी ना क्रिसमस की कंपेन भी चलती पई तो तुसी 25 को 2-4 दिन या 10 दिन रहिंदे होणगे। मैं कहा सर क्रिसमस का केक भी कटोगे? उन्होंने कहा ओके जी। मैं काम किया तो मैं जितनी मेरी इलाके दी आबादियां सन जो चीसा नगरी, मीरां दी खुई, तुपसड़ी, कोट ख्वाया सईद, उमरपुरा, आता मलक बसू, बंबे चुकिया, मैं थोड़ी जितनी जेड़े जेड़े उन्हां दे हल्के च लोग आंदे सन उन्हां आबादियां चो क्रिश्चियन कम्युनिटी नूं बुला लिता। तकरीबन कोई 1500 बंदा इकट्ठा किया। मियाँ साहब जेड़े आए तो थोड़े लेट हो गए, फिर उत्थे मौसम भी ओहो जिहा हुंदा, फिर कुछ लोग चले जाते, लेकिन काफ़ी ज़्यादा फिर भी भरपूर जलसा सी। मियाँ साहब आ गए, उन्होंने मीटिंग ਦੇ ਵਿੱਚ ਖਿਤਾਬ ਕੀਤਾ। ਖਿਤਾਬ ਕਰਨ ਦੇ ਬਾਅਦ ਕੇਕ ਕੱਟਿਆ। ਕੇਕ ਕੱਟਣ ਦੇ ਬਾਅਦ ਨਾ ਉਹ ਜਦੋਂ ਕੇਕ ਕੱਟਣ ਦੇ ਪਏ ਨੇ ਤੇ ਇੱਕ ਬਜ਼ੁਰਗ ਸਨ ਸਾਡੇ ਇਲਾਕੇ ਦੇ। ਅੱਜ ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਮੇਰੀ ਅੱਖਾਂ 'ਚ ਆਂਸੂ ਆ ਗਏ। ਉਹ ਬਜ਼ੁਰਗ ਸੀ, ਉਹਦਾ ਨਾਮ ਰਹਿਮਤ ਮਸੀਹ ਸੀ। ਠੀਕ ਹੈ। ਤੇ ਰਹਿਮਤ ਮਸੀਹ ਸਾਹਿਬ ਨੇ ਉੱਥੇ ਆਵਾਜ਼ ਲਾਈ, ਬਜ਼ੁਰਗ ਸਨ। ਉਹਨੇ ਕਿਹਾ ਮੀਆਂ ਸਾਹਿਬ ਮੈਂ ਤੁਹਾਡੇ ਪੂਰੇ ਖਾਨਦਾਨ ਦਾ ਸ਼ਦਾਈ ਹਾਂ ਤੇ ਤੁਹਾਨੂੰ ਦੇਖ ਕੇ ਬੜਾ ਹੀ ਖੁਸ਼ ਹੋਇਆ ਵਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਸਾਡੀ ਐਸੀ ਗਰੀਬਾਂ ਦੀ ਆਬਾਦੀ 'ਚ ਆਏ ਹੋ। ਉਹਨੂੰ ਅਸੀਂ ਸਾਈਂ ਬੰਦਾ ਸੀ, ਯਾਨੀ ਸਾਈਂ ਨਹੀਂ ਸੀ, ਉਹਦਾ ਨਾਂ ਸੀ ਰਹਿਮਤ ਮਸੀਹ, ਉਹ ਸਾਈਂ ਲੋਟਾ ਉਹਨੂੰ ਕਹਿੰਦੇ ਸਨ। ਔਰ ਯਕੀਨ ਕਰੋਗੇ ਉਸ ਬੰਦੇ ਨੇ ਖਲੋ ਕੇ ਖੜਾ ਕੀਤਾ, ਸਾਰੀ ਦੁਨੀਆ ਵਾਲੇ ਵੱਲ ਦੇਖਣ ਲੱਗ ਪਈ। ਉਹਨਾਂ ਨੇ ਅੱਗੋਂ ਕਿਹਾ ਕਿ ਬਾਬਾ ਜੀ ਉੱਤੇ ਆ ਜਾਓ। ਸ਼ਹਬਾਜ਼ ਸ਼ਰੀਫ ਸਾਹਿਬ ਨਾ ਮੀਆਂ ਹਮਜ਼ਾ ਸਾਹਿਬ ਹਮਜ਼ਾ ਬਾਬਾ ਜੀ ਉੱਤੇ ਆ ਜਾਓ। ਉਹਨਾਂ ਨੇ ਸਟੇਜ ਤੇ ਬੁਲਾ ਲਿਆ। ਉਹ ਬੰਦਾ ਹੁਣ ਉੱਥੇ ਖਲੋਤਾ ਹੈ, ਅੰਦਰ ਆ ਗਿਆ। ਮੈਂ ਸਟੇਜ ਦਾ ਸੀ ਸਾਂ, ਸਟੇਜ ਤੇ ਆ ਗਿਆ, ਕੇਕ ਲੱਗਿਆ, ਕੇਕ ਨੂੰ ਛੁਰੀ ਫੜੀ, ਉਹਨਾਂ ਨੇ ਬਾਬੇ ਦੇ ਹੱਥ ਫੜਿਆ, ਉਹਨਾਂ ਨੇ ਨਾ ਛੁਰੀ ਫੇਰੀ, ਕੇਕ ਕੱਟ ਦਿੱਤਾ। ਕੇਕ ਕੱਟ ਕੇ ਤੇ ਉਹਨਾਂ ਨੇ ਸਭ ਤੋਂ ਪਹਿਲੇ ਟੁਕੜਾ ਫੜਿਆ, ਇਸ ਤਰ੍ਹਾਂ ਕਰੇ ਜਿਸ ਤਰ੍ਹਾਂ ਬਿਸਕਿਟ ਹੈ। ਉਹਨਾਂ ਨੇ ਬਾਬਾ ਜੀ ਦੇ ਮੂੰਹ ਦੇ ਚ ਕੇਕ ਖਿਲਾਇਆ। ਇਹ ਉਹਨਾਂ ਦੀ ਮੁਹੱਬਤ ਸੀ। ਔਰ ਸਭ ਤੋਂ ਜ਼ਿਆਦਾ ਮੁਹੱਬਤ ਵਾਲੀ ਗੱਲ ਕੀ ਹੈ, ਉਹਨੇ ਸਾਰੇ ਹੀ ਕੇਕ ਖਾ ਲਿਆ। ਕੇਕ ਉਹਨੇ ਖਾਣ ਤੋਂ ਬਾਅਦ ਇਹ ਕੇਕ ਹੋ ਗਿਆ ਖਤਮ। ਉਹ ਬਾਬਾ ਜੀ ਨੇ ਆਪਣੇ ਹੱਥਾਂ ਦੇ ਨਾਲ ਕੇਕ ਫੜਿਆ, ਕੋਈ ਛੁਰੀ ਨਾਲ ਨਹੀਂ ਕੱਟਿਆ, ਕੋਈ ਸਪੂਨ ਨਹੀਂ ਫੜਿਆ, ਕੋਈ ਚਮਚ ਨਹੀਂ ਫੜਿਆ, ਕੋਈ ਡੋਈ ਨਹੀਂ ਫੜੀ, ਕੋਈ ਖਮੀਰ ਨਹੀਂ ਫੜਿਆ। ਉਹਨਾਂ ਨੇ ਆਪਣੇ ਹੱਥ ਨਾਲ ਹੀ ਉਹ ਕੇਕ ਫੜਿਆ। ਉਹਨਾਂ ਨੇ ਮੀਆਂ ਸਾਹਿਬ ਨੂੰ ਕੇਕ ਦਿੱਤਾ। ਹੁਣ ਸਾਰੀ ਦੁਨੀਆ ਦੇਖ ਰਹੀ ਹੈ ਤੇ ਸਾਰੇ ਲੋਕਾਂ ਨੇ ਇਹ ਵੀ ਸੋਚਿਆ ਹੋਣਾ ਕਿ ਯਾਰ ਹੁਣ ਕੇਕ ਨਹੀਂ ਖਾਧਾ ਜਾਣਾ। लेकिन मैं सदके जावा अपने लीडर मियाँ हमजा शहबाज शरीफ दे। अज भी मेरे को तस्वीर है कि साई लोटा साहब ते बाबा रहमत मसीह उन्होंने केक खवा रहा है तो उन्होंने हाथ ने तो फड़े उन्होंने तो अपने उन्होंने हाथ दे नाल केक खाई जा रहे हैं। और उन्होंने हाथ दे सारा लिबड़ा या केक सी वो सारा भी उन्होंने खादा और सही उसे खादा थे। इतने ज़्यादा नारे और इतनी ज़्यादा तालियां बजियां कि मैं अपने आप तो बाहर हो गया। मैं स्टेट सैकटरी सा और तुम यकीन करोगे वो सीन ने मैनू
ਉਦੋਂ ਤੋਂ ਲੈ ਕੇ ਤੇ ਹੁਣ ਤੱਕ ਜਵਾਨ ਰੱਖਿਆ। ਜਿੱਥੇ ਮੀਆਂ ਹਮਜ਼ਾ ਸਾਹਿਬ ਦਾ ਪਸੀਨਾ ਚੱਲੇਗਾ ਨਾ ਉੱਥੇ ਤਾਰਿਕ ਦਾ ਖੂਨ ਚੱਲੇਗਾ। ਠੀਕ ਹੈ ਸਰ, ਪਾਕਿਸਤਾਨ ਦੇ ਵਿੱਚ ਤੁਸੀਂ ਕਈ ਅਦਵਾਰ ਵੇਖੇ ਨੇ, ਅਕਲੀਤਾਂ ਦੀ ਮੈਂ ਗੱਲ ਕਰ ਰਿਹਾ, ਸਹੀ ਨੁਮਾਇੰਦਗੀ ਮਿਲੀ ਹੈ? ਸ਼ੁਕਰ ਹੈ ਖੁਦਾ ਦਾ, ਜਦੋਂ ਨਵਾਜ਼ ਸ਼ਰੀਫ ਦੀ ਹਕੂਮਤ ਆਈ ਉੱਥੇ ਅਕਲੀਤਾਂ ਦੇ ਨਾਲ ਫਾਇਦਾ ਹੀ ਹੋਇਆ, ਕੋਈ ਨੁਕਸਾਨ ਨਹੀਂ ਹੋਇਆ। ਹਾਂ, ਮੇਰੀ ਕਮਿਊਨਿਟੀ ਦੇ ਵਿੱਚ ਕੁਝ ਤਹਫਜ਼ਾਤ ਨੇ, ਠੀਕ ਹੈ, ਕੁਝ ਵਾਕਿਆਤ ਹੁੰਦੇ ਨੇ। ਵਾਕਿਆਤ ਕੀ ਹੁੰਦੇ ਨੇ ਕਿ ਜਿਸ ਤਰ੍ਹਾਂ ਜੋਜ਼ਫ ਕਲੋਨੀ ਦਾ ਵਾਕਿਆ, ਬਦਕਿਸਮਤੀ ਉਦੋਂ ਹੀ ਹੋਇਆ ਵਾਕਿਆ ਜਦੋਂ ਨਵਾਜ਼ ਸ਼ਰੀਫ ਦੀ ਹਕੂਮਤ ਸੀ। ਯੋਹਨਾਬਾਦ 'ਚ ਇੱਕ ਵਾਕਿਆ ਹੋਇਆ, ਬਦਕਿਸਮਤੀ ਹੈ ਕਿ ਉਦੋਂ ਵੀ ਮੀਆਂ ਨਵਾਜ਼ ਸ਼ਰੀਫ ਦੀ ਹਕੂਮਤ ਸੀ। ਸ਼ਾਂਤੀ ਨਗਰ 'ਚ ਇੱਕ ਵਾਕਿਆ ਹੋਇਆ, ਉਹਦੇ 'ਚ ਵੀ ਮੀਆਂ ਨਵਾਜ਼ ਸ਼ਰੀਫ ਦੀ ਹਕੂਮਤ ਸੀ। ਇਹ ਉਹਦੇ 'ਚ ਹਕੂਮਤ ਜਾਂ ਰਿਆਸਤ ਦਾ ਕੋਈ ਤਾਲੁਕ ਨਹੀਂ ਹੁੰਦਾ। ਕੁਝ ਸ਼ੈਤਾਨ ਗੰਦੇ ਖਬੀਸ ਇਨਸਾਨਾਂ ਦਾ ਤਾਲੁਕ ਹੁੰਦਾ। ਕੁਝ ਮੇਰੀ ਕਮਿਊਨਿਟੀ 'ਚ ਤੇ ਕੁਝ ਮੁਸਲਮਾਨ ਕਮਿਊਨਿਟੀ 'ਚ ਵੀ ਗੰਦੇ ਵੀ ਤਾਂ ਲੋਕ ਹੈ ਨੇ ਨਾ। ਕੋਈ ਸਾਰੇ ਤੁਸੀਂ ਦੇਖੋ ਨਾ, ਕੋਈ ਮੁਸਲਮਾਨ ਸਾਰੇ ਅੱਛੇ ਤਾਂ ਨਹੀਂ ਗੇ, ਠੀਕ, ਸਾਰਿਆਂ ਦੇ ਵਿੱਚ ਗੰਦੇ ਵੀ ਲੋਕ ਹੈ ਨੇ, ਜਿਨ੍ਹਾਂ ਨੇ ਬਦਮਾਸ਼ੀ ਵੀ ਕਰਨੀ ਹੈ, ਜਿਨ੍ਹਾਂ ਨੇ ਸ਼ਰਾਬ ਪੀ ਕੇ ਲੋਕਾਂ ਨਾਲ ਜ਼ਿਆਦਤੀ ਵੀ ਕਰਨੀ ਹੈ, ਜਿਨ੍ਹਾਂ ਨੇ ਕੰਟੁੱਟੀਆਂ ਵੀ ਕਰਨੀਆਂ। ਇਸੇ ਤਰ੍ਹਾਂ ਸਾਡੀ ਕਮਿਊਨਿਟੀ 'ਚ ਵੀ ਨੇ ਇਹ ਹਿਸਾਬ। ਉੱਥੇ ਲੜਾਈਆਂ ਝਗੜੇ ਇੱਥੋਂ ਚੱਲਦੇ ਨੇ ਤੇ ਉਹ ਹਾਲਾਤ ਵਿਗੜ ਜਾਂਦੇ ਨੇ। ਉਹ ਰਿਆਸਤ ਦੇ ਵਿੱਚ ਉਹ ਖਾਤਾ ਸਿਆਸਤ ਦਾ ਲਿਖਿਆ ਜਾਂਦਾ, ਹਾਲਾਂਕਿ ਰਿਆਸਤ ਦਾ ਕੋਈ ਤਾਲੁਕ ਨਹੀਂ ਹੁੰਦਾ, ਨਾ ਹਕੂਮਤ ਦਾ ਕੋਈ ਤਾਲੁਕ ਹੁੰਦਾ। ਲੇਕਿਨ ਮੀਆਂ ਨਵਾਜ਼ ਸ਼ਰੀਫ ਨੇ ਜਿਹੜਾ ਕੰਮ ਕ੍ਰਿਸਚੀਅਨ ਕਮਿਊਨਿਟੀ ਵਾਸਤੇ ਜਾਂ ਪਾਕਿਸਤਾਨ 'ਚ ਰਹਿਣ ਵਾਲੀ ਸਾਰੀ ਅਕਲੀਤਾਂ ਵਾਸਤੇ ਕਰ ਦਿੱਤਾ, ਉਹਨੇ ਜਿੰਨਾ ਕੰਮ ਕਿਸੇ ਸ਼ਖਸ ਨੇ ਨਹੀਂ ਕੀਤਾ। ਨਵਾਜ਼ ਸ਼ਰੀਫ ਵੱਡਾ ਲੀਡਰ ਹੈ। ਠੀਕ ਹੈ। ਅੱਛਾ, ਮਰੀਮ ਨਵਾਜ਼ ਸਾਹਿਬਾ ਵੀ ਅਕਲੀਤਾਂ ਵਾਸਤੇ ਕੰਮ ਕਰ ਰਹੀਆਂ ਨੇ, ਤੁਸੀਂ ਸੀਟਿੰਗ MPA ਹੋ, ਉਹਨਾਂ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ? मरियम नवाज साहिबा हमारी लीडर है, लीडर की बेटी है, तो जो बादशाह होता है उसकी औलाद भी बादशाही होती है। मरियम नवाज साहिबा बादशाह है ना, वो लीडर की पैदावार है ना, लीडर की। तो जब वो आई हैं उन्होंने भी अपने बाप से अच्छा काम करने की तालीम ली है, मेहनत की है उसने। और आज आपने देखा कि जो जो काम रुके हुए थे वो सारे के सारे हो रहे हैं। आज आपने देखा कि लाहौर को दुनिया देखती है तो बाहर से लोग आके लाहौर को देखकर खुशहाल जिंदगी देखते हैं। और लाहौर की सड़कें देख लें, लाहौर के ब्रिजेस देख लें, लाहौर के शाहराहें देख लें, लाहौर की पार्क्स देख लें, लोग क्या लाहौर के अंदर जितने भी सिस्टम है आप देखें, जब आप रात को निकलते हैं तो वो एक चांदनी सी रात लगती है। ऐसा ही। लेकिन हमारी हुकूमत, इस हुकूमत से पहले जब हुकूमत थी कोई PTI की, तो आप देखिए लाहौर के अंदर अंधेरा होता था। मैं जब नहर की तरफ से, फिरोजपुर रोड की तरफ से जब गुजरता था तो गंदगी के ढेर जो है ना वो साइड पे लगे होते थे, ढेरियां लगी होती थी, कूड़ा क्रिकेट होता था, लाइट नहीं होती थी, रोशनी नहीं होती। आज ये लाहौर जो है ना रोशनियों का लाहौर बन गया। आज ये पंजाब जो है ना ये सुथरा पंजाब बन गया। आज ये पंजाब के अंदर काम करके उसने दिखाया, इसलिए कि उसके चाचा की जो मेहनत है वो भी उसके पास है, उसके वालिद की जो मेहनत है वो भी उसके पास है, जो उसके भाई हमजा शहबाज की है वो छोटा भी है लेकिन फिर भी उसकी भी काबिलियत जो है ना वो उसके पास है। वो एक खानदानी खातून है और वो काम करके दिखा रही है। ठीक है। ਤੁਸੀਂ ਨਾ ਪੰਜਾਬ ਦੇ ਕਈ ਅਦਵਾਰ ਵੇਖੇ ਨੇ, ਪੰਜਾਬ ਦੀ ਗੱਲ ਕਰ ਰਹੇ ਹਾਂ, ਸਭ ਤੋਂ ਬਿਹਤਰੀਨ ਦੌਰ ਜਿਹੜਾ ਤੁਹਾਨੂੰ ਲੱਗਾ ਹੈ ਜਾਂ ਸਭ ਤੋਂ ਜਿਹੜਾ ਬਿਹਤਰੀਨ ਦੌਰ ਸੀ ਉਹ ਦੌਰ ਕਿਹੜਾ ਹੈ? सही दस दिया, वो सारा दस दिया। शहबाज शरीफ का वजह कि वो शख्स के अंदर ना एक एडमिनिस्ट्रेशन चलाने दी एक क्वालिटीज है। पुरानी असैम्बली सी ते मैं 13 तो लैके जो 18 तक MPA बनया ते मैं देखा सिस्टम अज भी मैनू याद है कि मियाँ शहबाज शरीफ के साथ वाली जो कुर्सी होती थी, चेयर होती थी ना, वो खाली होती थी जब वो असम्बली में आते थे। जब भी कोई MPA उनके पास आता था तो वो क्या करता था, अपनी अपनी सीटों पे बैठे हुए हैं, जब वो सीट खाली होती थी, मिसाल के तौर पर आपने मिलना है तो सब देख रहे हैं, अजलास के दौरान मियाँ शहबाज शरीफ से अगर मुलाकात करनी है, मियाँ साहब अंदर बैठे हैं तो एक साथ वाली कुर्सी खाली होती थी, आप उसके पास बैठ जाते थे। वो मियाँ साहब जो है ना वो पीछे हाथ रखते थे तो फिर बात करते, जैसे मैं हूँ, मैं चला गया, मैं अपनी वो जो असेंबली फ्लोर पे ना वो जो एक लेटर पैड मिलता है ना हमें कुछ नोट्स लिखने के लिए, आपने उस जगह पे ना लिखा है तो हमने कोई काम कर दिया, लिख दिया, तो मैं अगर चला गया हूँ तो मियाँ साहब कि वो सीट पे, खाली सीट पे मैं बैठ गया हूँ, तो वो मियाँ साहब को मैंने जब ऐसे दिखाया ना, उन्होंने देखना, तो फिर उसके बाद में किसको कहना है, मुझे बताएं क्या करना है, ये इसको ये इसका बहाली का मसला है, इसका ये मसला है, इसका आपके इलाके के अंदर कब्रिस्तान का मसला है, आपके अंदर साफ पानी का मसला है, अच्छा आपके, अच्छा चलो कोई बात नहीं, आप बेफिक्र। उन्होंने वो काम लेटर ले लिया और उसके बाद आप यकीन करें
कि घंटे के अंदर अंदर आपको फोन आ जाएगा उस महकमे से। यस, फोन आएगा, जनाब तारिक गिल साहब बोल रहे हैं, हाँ जी वो ना आपने ना वो एक काम कहा था तो उसके तौलिक से जनाब आप खुद मिलेंगे या किसी बंदे को भेजेंगे कहाँ पे, मैं हमने सर्वे करना है। हाँ जी, आपने वो थाने का काम था जनाब, डीपीओ से मिलना था तो डीपीओ साहब का तरफ से सर आपके संग कल टाइम हो गया, डीपीओ साहब से मुलाकात कर लें। तो जो शहबाज शरीफ दी टून गई होवे, शहबाज शरीफ दा फिकरा गया होवे कि मेरा एमपीए आ रहा है ते एमपीए दे उत्थे की प्रोटोकॉल मिलेगा तो फिर काम किस तरह ना होंगे। सर मैं कहना कि दुआ बड़े होंगे, गुलाम हैदर वाइन दा भी गया, मंजूर वट्टू दा भी गया, और भी इतने दोस्त मोहम्मद दा भी गया, जुल्फकार खोसे दा भी गया, सारे गए ने बड़े बड़े लीडर, बड़े फ्रामा भी रहा वज़ीर आला, सारे मैं नहीं देखे, मैं देखे नहीं गए मेरा, मैं क्योंकि मैं 13 में गया था। मेरी जिंदगी में एक सीएम आए हैं शहबाज शरीफ साहब, एक आए हैं बुज़दार साहब, दूसरे एक आए हैं मियां हमजा साहब। वो मियां हमजा साहब तो बड़ाई नाम आए ना, 2-3 शॉर्ट सा पीरियड, बिल्कुल 1.5-2 माह के लिए आए थे और कमाल आए थे, खुदा उनको जिंदगी दे, कमाल आए थे। और उसके बाद ये हमारी बहन के, हमारी लीडर का भी दौर है, तो इस दौर में काम बहुत हो रहे हैं और बहुत अच्छे चल रहे हैं। लेकिन मियां शहबाज शरीफ ने, अगर मैं ये एक मिसाल देने लगा, सिगरेट की डब्बी के गत्ते के ऊपर कुछ लिख दिया ना तो वो भी उनका माना जाता था। ये है सीएम का किरदार और सीएम का टैका और सीएम बनने का ये शौक होता है कि पंजाब दा सब तो बेहतरीन मेरी नजर में वो था। मरियम नवाज भी नहीं, मरियम नवाज अपनी जगह पे, लेकिन ये है कि चाचे का मुकाबला नहीं कोई कर सका। जबरदस्त। छोटी जी ब्रेक लावांगे, साढ़े नाल रहा जी, उस तो बाद हाजिर होने। ਵੈਲਕਮ ਬੈਕ। ਤਾਰਿਕ ਮਸੀਹ ਗਿੱਲ ਸਾਹਿਬ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲ ਕਰਨੇ ਆ। ਤਾਰਿਕ ਸਾਹਿਬ, ਤੁਸੀਂ ਸ਼ਹਬਾਜ਼ ਸ਼ਰੀਫ ਸਾਹਿਬ ਦੀ ਗੱਲ ਕਰ ਰਹੇ ਸੀ, ਅਸੀਂ ਵੇਖਿਆ ਕਿ ਇੱਕ ਦੌਰ ਦੇ ਅੰਦਰ ਹਮਜ਼ਾ ਸ਼ਹਬਾਜ਼ ਸ਼ਰੀਫ ਸਾਹਿਬ ਦੀ ਵੀ ਅਸੀਂ ਗੱਲ ਕਰ ਰਹੇ ਸੀ। ਇੱਕ ਦੌਰ ਦੇ ਅੰਦਰ ਹਮਜ਼ਾ ਸਾਹਿਬ ਦਾ ਬੜਾ ਤੂਤੀ ਬੋਲਦਾ ਸੀ ਪੰਜਾਬ ਦੇ ਵਿੱਚ। ਅੱਜ ਕੱਲ ਹਮਜ਼ਾ ਸਾਹਿਬ ਖਾਮੋਸ਼ ਕਿਉਂ ਨਜ਼ਰ ਆ ਰਹੇ ਨੇ? ਖਾਮੋਸ਼ ਕੀਤੇ ਗਏ ਨੇ ਜਾਂ ਖੁਦ ਖਾਮੋਸ਼ ਨੇ? नहीं, हमजा साहब खामोश नहीं गए, लेकिन एक पार्टी के डिसिप्लिन होते हैं। वो एक वजीर आजम के बेटे हैं, ठीक है, प्राइम मिनिस्टर ऑफ पाकिस्तान के सन है, वो खामोश नहीं है, पार्टी के तमाम मामलात को देख रहे हैं। आपने देखा रोजाना ही उनकी मुलाकातें जो है ना अपने हल्का बाप के लोगों से होती है, पूरे पंजाब से पाकिस्तान से लोग उनको मिल रहे हैं। और वो एक प्राइम मिनिस्टर साहब जो है ना वो उनके बेटे हैं, उनका खामोश होने का वक्त नहीं है। लेकिन ना तो उनको किसी ने खामोश करवाया है, ना वो खामोश होने वाले हैं। वो पाकिस्तान से प्यार करते हैं और सुबह पंजाब की पब्लिक से बहुत प्यार करते हैं। उनका यही तो उनके अंदर कमाल की बात है कि वो अपने हलीम बेचने वाला के, जो उनके हल्के में हलीम बेचने वाला है, वो जो लोहे का काम करने वाला है, जो कोई जूतियां बनाने वाला है, उनके नाम भी जानते हैं। बाबा नूरदीन की हाल चाल है तेरा, आज केड़ी केड़ी जुत्ती बनाई, जांदे उन्होंने पूछ लेना, बाबा नूरदीन कैसा है तू, बाबा ताजदीन तू कैसा है, हाँ भी ली वाले हाँ भी गोगे दस ना, हाँ भी मोते चने वाले तू दस की बने, आज तेरे चने कैसे विक रहे ने। ए उन्हां दी दोस्ती है, ए हमजा साहब दे अंदर एक क्वालिटी है, ठीक है। ते हमजा साहब दी जिहड़ी मेहनत है वो कदी रायगान नहीं जाएगी। और मेरा वो हीरो भी, मेरा लीडर है, मेरे दिल दी धड़कन। ਅਸੀਂ ਮਰੀਮ ਨਵਾਜ਼ ਸਾਹਿਬ ਦੇ ਪੰਜਾਬ ਦੇ ਦੌਰੇ ਹਕੂਮਤ ਜਿਹੜਾ ਚੱਲ ਰਿਹਾ ਇਹਦੀ ਗੱਲ ਕਰ ਰਹੀ ਹੈ, ਤਰੱਕੀਆਤੀ ਮਨਸੂਬਿਆਂ ਤੇ ਬੜਾ ਕੰਮ ਹੋ ਰਿਹਾ ਹੈ, ਵਿਖਾਇਆ ਜਾ ਰਿਹਾ ਹੈ, ਤੁਸੀਂ ਕਿਤਨਾ ਕੋਈ ਐਗਰੀ ਕਰਦੇ ਹੋ? बिल्कुल ठीक है, अच्छा काम कर रहे हैं। हाँ, मैं कुछ डिपार्टमेंट देखो ना, खातून है और खातून जड़ी कोई भी खातून होवे और साढ़े माँ भैन बेटियां ने, और देखो खातून जो भी काम कर दी है उन्होंने दे भी कुछ तहफाजात होंगे ने, उन्होंने जो काम करना दा स्टाइल जब मर्दा वाला तो नहीं होंदा। तुसी बाहर दी हुकूमतां ले लो, अंदर दी हुकूमत ले लो, इंडिया वाल दे लो, ਜਿਹੜੀਆਂ ਔਰਤਾਂ ਅੱਛੀ ਪੋਸਟ ਦੇ ਉੱਤੇ ਹੋਣਗੀਆਂ ਉਹਨਾਂ ਦੇ ਨਾਲ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਜਿਹੜਾ ਬੰਦਿਆਂ ਨਾਲੋਂ ਵੱਖਰਾ ਹੋਏਗਾ। ਬੰਦਿਆਂ ਨੇ ਤੇ ਇੱਕਦਮ ਜਾਣਾ ਹੈ, ਇੱਕਦਮ ਤੇ ਜਾ ਕੇ ਪਬਲਿਕ ਚ ਵੜ ਜਾਣਾ। औरत नहीं वड़ सकती, औरत ने अपने आप को भी डिफेंड करना है, अपनी इज्जत को भी डिफेंड करना है, अपने दुपट्टे को भी डिफेंड करना है, अपने चेहरे को भी डिफेंड करना है, अपने साथ आने वाले हर शख्स को उसने देखना है। उनके साथ बंदों का होना बहुत जरूरी है, उनके साथ उनके गॉड का होना बहुत जरूरी है। वो पब्लिक के अंदर जाएंगी तो औरतों के दरमियान जाएंगी। हाँ, औरतों का जो भी कट होता है वो किसी यूनिवर्सिटी का, कॉलेज का, स्कूल का होगा, वो बच्चों के दरमियान बैठ जाती हैं।
वो बच्चों के साथ बातें करती हैं, वो बच्चों की आवाज बनती है, वो बच्चों का स्टाइल में बात करती हैं। देखा ना आपने कई दफा कि आप लोग दिखाते हैं ना कि छोटे बच्चों में गए तो उन्होंने बच्चों को उठा लिया, ये है औरत का स्टाइल। कोई बच्ची है वो अच्छी लगी है, उसने उस बच्ची को उठा लिया, उस बच्चे को उठा लिया, किसी बच्चे को उन्होंने फीडर दिखा दिया, किसी को बिस्कुट दे रही है, किसी को केक पकड़ा रही है, ये बच्चों में गई है तो वो बच्चे बन गए हैं। ये इस लीडर की क्वालिटीज होती हैं जो उनको खानदानी लेवल पे मिली है। मरियम नवाज साहिबा ਦਾ ਅਗਰ ਕੰਪੈਰੀਜ਼ਨ ਕਰ ਲਿਆ ਜਾਏ ਬੁਜ਼ਦਾਰ ਪਲੱਸ ਪਰਵੇਜ਼ ਇਲਾਈ ਦਾ ਜਿਹੜਾ 3-3.5 ਸਾਲ ਦਾ ਦੌਰ ਸੀ, ਉਹਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਹੈ? ਬੁਜ਼ਦਾਰ ਜੀ, ਬੁਜ਼ਦਾਰ ਸਾਹਿਬ ਉਹਨਾਂ ਦੇ ਦੌਰ ਦੀ ਗੱਲ ਕਰਦੇ ਜੀ ਕਿ ਉਹਨਾਂ ਦਾ ਡਿਫਰੈਂਸ ਕਰ ਲਿਆ ਜਾਏ ਮਰੀਮ ਨਵਾਜ਼ ਸਾਹਿਬਾ ਦੀ ਨਾ ਯਾਰ ਕੋਈ ਚੱਜ ਦਾ ਬੰਦਾ ਬੁਲਾਓ। ਦੇਖੋ ਨਾ ਉਹ ਵੀ ਵਜ਼ੀਰ ਆਲਾ ਜ਼ਰੂਰ ਸਨ, ਲੇਕਿਨ ਮਰੀਮ ਨਵਾਜ਼ ਤੇ ਇੱਕ ਬ੍ਰਾਂਡ ਹੈ ਨਾ, ਇੱਕ ਨਾਂ ਹੈ। ਸਰ ਮੈਂ ਫੈਕਟਸ ਤੇ ਗੱਲ ਕਰ ਰਿਹਾ ਹਾਂ। ਫੈਕਟਸ ਹੈ ਨੇ ਕਿ ਤੁਸੀਂ ਮੈਂ ਜ਼ਿਆਦਾ ਦੂਰ ਨਹੀਂ ਜਾਂਦਾ, ਉਹਨਾਂ ਦੇ ਆਪਣੇ ਪਿੰਡ ਦੀ ਛੱਡ ਦਿਓ, ਆਪਣੇ ਇਲਾਕੇ ਨੂੰ ਛੱਡ ਦਿਓ, ਜ਼ਿਲ੍ਹੇ ਨੂੰ ਛੱਡ ਦਿਓ, ਸਿਰਫ ਲਾਹੌਰ ਦੀ ਗੱਲ ਕਰਨਾ ਸੀ। ਲਾਹੌਰ 'ਚ ਰਹਿੰਦੇ, ਤੁਸੀਂ ਵੀ ਲਾਹੌਰ 'ਚੋਂ, ਤੁਸੀਂ ਮੈਨੂੰ ਦੱਸੋ, ਆਪੇ ਹੀ ਦੱਸ ਦਿਓ ਤੇ ਆਪਣੇ ਜ਼ਮੀਰ ਕੋਲ ਆਪੇ ਹੀ ਪੁੱਛ ਲਵੋ, ਕਿਆ ਬੁਜ਼ਦਾਰ ਦੇ ਦੌਰ ਦੇ ਵਿੱਚ ਕਿਆ ਪਾਕਿਸਤਾਨ ਦੇ ਬੜੇ ਸੂਬਾ ਪੰਜਾਬ ਤੇ ਨਾਲ ਸੂਬੇ ਪੰਜਾਬ ਦੇ ਦਿਲ ਲਾਹੌਰ ਦਾ ਕੀ ਹਾਲ ਸੀ? ਕਿਆ ਤੁਹਾਨੂੰ ਕਦੇ ਢੇਰ ਨਹੀਂ ਸੀ ਨਜ਼ਰ ਆਏ? ਤੁਹਾਨੂੰ ਗੰਦਗੀ ਜਿਹੜੀ ਹੈ ਉਹ ਸੜਕਾਂ ਦੇ ਉੱਤੇ ਨਜ਼ਰ ਨਹੀਂ ਸੀ ਆਉਂਦੀ? ਤੁਹਾਨੂੰ ਇਹ ਤੁਸੀਂ ਦੇਖਿਆ ਕਿ ਗਲੀਆਂ ਦੇ ਵਿੱਚ ਦਰਵਾਜ਼ਿਆਂ ਦੇ ਅੱਗੇ ਢੇਰ ਲੱਗੇ ਨੇ ਗੰਦਗੀ ਦੇ? ਲੇਕਿਨ ਅੱਜ ਇਹ ਦੌਰ ਹੈ ਕਿ ਲੋਕਾਂ ਨੂੰ ਤਮੀਜ਼ ਸਿਖਾਈ ਜਾ ਰਹੀ ਹੈ, ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਤੁਹਾਡੇ ਕੋਲ ਕੂੜਾ ਜਿਹੜਾ ਨਾ ਉਹ ਤੁਸੀਂ ਬਾਹਰ ਨਹੀਂ ਸੁੱਟਣਾ, ਤੁਹਾਡੇ ਕੋਲ ਇੱਕ ਸੈਨੇਟਰੀ ਵਰਕਰ ਜਿਹੜਾ ਨਾ ਉਹ ਕਲੈਕਟ ਕਰਨ ਆ ਰਿਹਾ। ਠੀਕ, ਉੱਥੋਂ ਕੂੜਾ ਕਲੈਕਟ ਕੀਤਾ ਜਾਂਦਾ ਹੈ, ਫਿਰ ਰਕਸ਼ਾ ਜਿਹੜਾ ਨਾ ਉਹ ਵਾੜਿਆ ਜਾਂਦਾ, ਉਹ ਰਕਸ਼ੇ ਦੇ ਵਿੱਚ ਰੱਖ ਕੇ ਤੇ ਲੈ ਜਾਂਦੇ ਨੇ। ਤੁਸੀਂ ਦੇਖੋ ਪਹਿਲੇ ਸੜਕਾਂ ਖੂਬਸੂਰਤ ਬਣਾਉਂਦੇ ਸਨ, ਉਦੋਂ ਜਦੋਂ ਵਜ਼ੀਰ ਆਲਾ ਦਾ ਵਿਜ਼ਿਟ ਹੁੰਦਾ ਸੀ, ਨਹੀਂ ਤੇ ਨਹੀਂ। ਹੁਣ ਤੁਸੀਂ ਆ ਜਾਓ ਮੇਰੇ ਨਾਲ, ਹੁਣੇ ਚੱਲੋ ਗੱਡੀ ਦੇ, ਇਹ ਬਾਦਲ ਰੋਡ ਆਪਣੇ ਚੱਲ ਦੇਖ ਲਓ, ਜ਼ਿਆਦਾ ਨਹੀਂ ਚਾਹੁੰਦੇ ਮੈਂ। ਤੁਸੀਂ ਆਪਣੇ ਇਸ ਟੀਵੀ ਚੈਨਲ ਦੀ ਬਾਹਰ ਦੀ ਸੜਕ ਦੇਖ ਲਓ, ਮੈਂ ਜ਼ਿਆਦਾ ਜਾਂਦਾ ਹੀ ਨਹੀਂਗਾ। ਮੈਂ ਕਹਿੰਦਾ ਇੱਥੋਂ ਦੇ ਤੁਸੀਂ ਆਪਣੇ ਜਿਹੜਾ ਚੈਨਲ ਹੈ ਇਹਦੇ ਬਾਹਰ ਦੇ ਗੇਟ ਤੇ ਅਗਲੇ ਪਾਸੇ ਦਾएं ਬਾएं ਦੇਖ ਲਓ, ਜੇ ਤੁਹਾਨੂੰ ਕੂੜੇ ਦਾ ਕੋਈ ਕਾਗਜ਼, ਕੋਈ ਸ਼ਾਪਰ, ਕੋਈ ਕੇਲੇ ਦੀ ਛਿਲਕ, ਕੋਈ ਸੰਤਰੇ ਦੀ ਛਿਲਕ ਕੋਈ ਅਗਰ ਨਜ਼ਰ ਆਉਂਦੀ ਹੈ ਤਾਂ ਮੈਨੂੰ ਦੱਸ ਦਿਓ, ਮੈਂ ਤੁਹਾਡੇ ਨਾਲ। ਸਰ ਉਹਨਾਂ ਨੇ ਮੁਖਾਲਫੀਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਸਿਰਫ ਸੜਕਾਂ ਬਣਾਉਣਾ, ਰੋਡ ਸਾਫ਼ ਕਰਨਾ, ਇਹੀ ਸਾਰਾ ਕੰਮ ਨਹੀਂ ਹੁੰਦਾ। ਕਿਸਾਨ ਦਾ ਵੀ, ਪੰਜਾਬ ਸਿਰਫ ਲਾਹੌਰ ਨਹੀਂ ਹੈ, ਕਿਸਾਨ ਦੇ ਹਾਲਾਤ ਤੁਹਾਡੇ ਸਾਹਮਣੇ ਨੇ, ਕਿਸਾਨ ਰੋ ਰਿਹਾ ਹੈ, ਖਾਦਾਂ ਮਹਿੰਗੀਆਂ ਨੇ, ਕਿਸਾਨ ਨੂੰ ਦਾ ਮੁਆਵਜ਼ਾ ਨਹੀਂ ਮਿਲ ਰਿਹਾ, ਇਹ ਵੀ ਤਾਂ ਮਸਾਇਲ ਨੇ ਨਾ। ਹਾਂ, ਇਹਦੇ 'ਚ ਗੱਲ ਕੋਈ ਨਹੀਂ। ਕੋਈ ਵੀ ਹਕੂਮਤ ਹੋਵੇ, ਚਾਹੇ ਉਹ ਤੁਹਾਡੀ ਹਕੂਮਤ ਹੈ ਚਾਹੇ ਮੇਰੀ ਹੈ, ਸਾਰੀਆਂ ਕਦੀ ਪਬਲਿਕ ਜਿਹੜੀ ਹੈ ਨਾ, ਪਬਲਿਕ ਕਦੀ ਖੁਸ਼ ਨਹੀਂ ਹੋਈ। ਇਸ ਵਜ਼ੀਰ ਆਲਾ ਨੇ ਕਿਸਾਨ ਨੂੰ ਜਿਤਨੀ ਸਹੂਲਤਾਂ ਦੇ ਦਿੱਤੀਆਂ ਨੇ ਕਦੀ ਕਿਸੇ ਦੌਰ ਦੇ ਵਿੱਚ ਮਿਲੀਆਂ ਨੇ? ਦੱਸੋ। ਟਰੈਕਟਰ ਦਿੱਤੇ ਗਏ, ਟਿਊਬਵੈਲ ਦਿੱਤੇ ਗਏ, ਉਹਨਾਂ ਨੂੰ ਮਾਲੀ ਅਮਦਾਦ, ਉਹਨਾਂ ਨੂੰ ਲੋਨ ਦਿੱਤੇ ਗਏ, ਆਸਾਨ ਕਿਸ਼ਤਾਂ ਤੇ, ਆਸਾਨ ਅਕਸਾਤ ਦਾ ਲੋਨ ਦਿੱਤੇ ਗਏ। ਦੇਖੋ ਕਿਸਾਨ ਦੀ ਆਪਣੀ ਇੱਕ ਵੈਲਿਊ ਹੋਵੇ, ਕਿਸਾਨ ਜਿਹੜਾ ਨਾ ਉਹ ਇੱਕ ਆਪਣੇ ਸਟਾਈਲ 'ਚ ਕੰਮ ਕਰਦਾ, ਔਰ ਉਹਦੇ ਸਾਰੇ ਜਿਹੜੀ ਮੁਸ਼ਕਲਾਤ ਨੇ ਉਹਨਾਂ ਨੂੰ ਹੱਲ ਕੀਤਾ ਗਿਆ, ਔਰ ਉਹਨਾਂ ਨੂੰ ਹੱਲ ਕਰਕੇ ਤੇ ਉਹਨਾਂ ਨੂੰ ਦੱਸਿਆ ਗਿਆ ਪਿਆਰ। ਅੱਜ ਉਹੀ ਕਿਸਾਨ ਜਿਹੜਾ ਬਾਜੀ ਮਰੀਮ ਨਵਾਜ਼ ਸਾਹਿਬਾ ਦਾ ਗੀਤ ਗਾਉਂਦੇ ਨੇ, ਔਰ ਕੋਈ ਸਟਾਈਲ ਗਲਤ ਨਹੀਂ ਹੈਗਾ ਉਹਨਾਂ ਦਾ। ਉਹਨਾਂ ਨੇ ਅਗਰ ਮਿਨੋਰਟੀਜ਼ ਨੂੰ ਦੇਖਿਆ ਜਾਵੇ ਤੇ ਉਹਨਾਂ ਦੀ ਦੌਰੇ ਹਕੂਮਤ ਵਿੱਚ ਮਿਨੋਰਟੀ ਕਾਰਡ ਮਿਲ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕ੍ਰਿਸਮਸ, ਈਸਟਰ, ਦੀਵਾਲੀ ਜਾਂ ਹੋਲੀ ਜਾਂ ਕਿਸੇ ਵੀ ਕਮਿਊਨਿਟੀ ਦੀ ਐਸੇ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਕਾਰਡ ਛੱਡ ਦਿੱਤੇ ਤੇ ਫਿਰ ਉਸ ਤੋਂ ਬਾਅਦ ਕੰਮ ਕਰਕੇ ਦਿਖਾਇਆ। ਅਗਰ ਤੁਸੀਂ ਸਿਹਤ ਦਾ ਡਿਪਾਰਟਮੈਂਟ ਦੇਖ ਰਹੇ ਹੋ ਤਾਂ ਉੱਥੇ ਦੇਖੋ ਕੈਂਸਰ ਦੀਆਂ ਦਵਾਈਆਂ ਤੇ ਦੇਖੋ ਕਿੰਨੀ ਮੁਸ਼ਕਿਲ ਮਿਲਦੀਆਂ ਨਹੀਂ ਸਨ, ਅੱਜ ਦਹਲੀਜ਼ ਤੱਕ ਜਾ ਰਹੀਆਂ ਨੇ। ਹਰ ਹਸਪੀਟਲ ਦੇ ਮੈਂ ਜਾਓ, ਤੁਸੀਂ ਪਹਿਲੇ ਪਰਚੀ ਦੇ ਉੱਤੇ ਪੈਸੇ ਨਾਲ ਮੁਫਤ ਪਰਚੀ ਬਣਾਓ, ਸ਼ਨਾਖਤੀ ਕਾਰਡ ਤੁਹਾਡਾ ਕੋਲ ਹੋਣਾ ਚਾਹੀਦਾ, ਜਾਓ ਤੇ ਤੁਹਾਨੂੰ ਉਸੇ ਵਕਤ ਪ੍ਰੋਟੋਕੋਲ ਮਿਲਦਾ, ਕਿਸੇ ਪ੍ਰੋਟੋਕੋਲ ਦੀ ਜ਼ਰੂਰਤ ਨਹੀਂ ਪੈਂਦੀ। MS ਨੂੰ ਪਤਾ ਹੈ ਕਿ ਇੱਥੇ ਕੋਈ ਪਤਾ ਨਹੀਂ ਕਿ ਵਜ਼ੀਰ ਆਲਾ ਦਾ ਕੋਈ ਨੁਮਾਇੰਦਾ ਫਿਰਦਾ ਹੋਵੇ, ਉਹ ਚੰਗੇ ਤਰੀਕੇ ਨਾਲ ਕੰਮ ਹੋ ਰਿਹਾ। ਤੁਸੀਂ ਇਹਦੇ ਤੇ ਕਦੀ ਵਰਕ ਕਰਕੇ ਦੇਖੋ, ਤੁਹਾਨੂੰ ਨਜ਼ਰ ਆਏਗਾ ਕਿ ਬੜਾ ਬਜ਼ਾਰ ਦੀ ਹਕੂਮਤ ਦੇ ਨਾਲ ਤੇ ਨਾ ਯਾਰ ਮਿਲਾਓ। ਤੁਹਾਡੀ ਮਿਹਰਬਾਨੀ, ਬਸਦਾਰ ਤੇ ਆਪਣਾ ਜੋ ਕੁਝ ਕਰ ਗਿਆ ਉਦੋਂ ਵੀ ਕਿਸਾਨ ਨੂੰ ਮੁਆਵਜ਼ਾ ਮਿਲ ਰਿਹਾ ਸੀ ਉਸ ਦੌਰ ਵਿੱਚ। ਕਿਸਾਨ ਨੂੰ ਵੀ ਹਰ ਡਿਪਾਰਟਮੈਂਟ ਦੇ ਵਿੱਚ ਇਸ ਵਕਤ ਹਰ ਡਿਪਾਰਟਮੈਂਟ ਦੇ ਵਿੱਚ ਲੋਕ ਖੁਸ਼ਹਾਲ ਨੇ, ਨੌਕਰੀਆਂ ਮਿਲ ਰਹੀਆਂ, ਬੇਰੁਜ਼ਗਾਰੀ ਦਾ ਖਾਤਮਾ ਹੋ ਰਿਹਾ। तो खुदा बेहतर करेगा। हाले मजीद काम हो रहे ने। मैडम साहिबा जी ने हकीकत से CM साहिबा बहुत प्यार दे नाल अच्छे तरीके नाल काम कर रही। कुछ डिपार्टमेंट नवे लॉन्च कीते गए, ਸਾਡੇ ਸਾਹਮਣੇ ਪੈਰਾ ਫੋਰਸ ਵੀ ਆਈ, ਸਾਡੇ ਸਾਹਮਣੇ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਵੀ ਆਇਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਪੈਰਾ ਫੋਰਸ ਖੁਦਾ ਦਾ ਸ਼ੁਕਰ ਹੈ, ਬੜੇ ਅੱਛੀ ਬੜੀ ਤੰਗ ਹੈ ਉਸ ਫੋਰਸ। ਨਹੀਂ ਦੇਖੋ ਜਦੋਂ ਤੁਹਾਨੂੰ ਇੱਕ ਕਿਹਾ ਜਾਵੇ ਕਿ ਭਾਈ ਜੀ ਤੁਸੀਂ ਨਜਾਇਜ਼ ਇਹ ਥੜਾ ਬਣਾਇਆ, ਇਹਨੂੰ ਢਾ ਦਿਓ,
ਤੇ ਢਾਹ ਕੇ ਤੇ ਥੋੜਾ ਖੁੱਲਾ ਕਰ ਦਿਓ ਤਾਂ ਕਿ ਲੋਕ ਅੱਛੇ ਤਰੀਕੇ ਨਾਲ ਗੁਜ਼ਰ ਜਾਣ, ਤੇ ਉਹ ਬੰਦਾ ਤੇ ਤੁਹਾਡੀ ਮੁਖਾਲਫਤ ਕਰੇਗਾ। ਤੁਸੀਂ ਉਸ ਥੜੇ ਦੇ ਉੱਤੇ ਲਾਇਆ ਹੋਵੇ 2 ਲੱਖ ਰੁਪਈਆ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਥੜਾ ਢਵਾ ਦਿੱਤਾ ਜਾਵੇ ਤੇ ਉਸ ਬੰਦੇ ਦੇ ਗਾਲਾਂ ਕੱਢੀਆਂ। ਲੇਕਿਨ ਜਿਹੜੀ ਪਬਲਿਕ ਜਾ ਰਹੀ ਹੈ, ਮਿਸਾਲ ਦੇ ਤੌਰ ਤੇ ਤੁਸੀਂ ਆ ਜਾਓ ਮੀਰਾਂ ਦੀ ਖੂਹੀ ਵਾਲੇ ਬਾਜ਼ਾਰ 'ਚ, ਤੁਸੀਂ ਆ ਜਾਓ ਅਨਾਰਕਲੀ ਵਾਲੇ ਬਾਜ਼ਾਰ 'ਚ, ਤੁਸੀਂ ਆ ਜਾਓ ਲੰਡੇ ਬਾਜ਼ਾਰ ਦੇ ਵਿੱਚ। ਪਹਿਲੇ ਲੰਡੇ ਬਾਜ਼ਾਰ ਦੇ ਵਿੱਚ ਮੋਟਰਸਾਈਕਲ ਕੀ ਇੱਕ ਸਾਈਕਲ ਲੈ ਕੇ ਨਹੀਂ ਸੋ ਗੁਜ਼ਰਦੇ, ਹੁਣ ਲੰਡੇ ਬਾਜ਼ਾਰ ਦੇ ਵਿੱਚ ਮੈਂ ਤਾਂ ਗੱਡੀਆਂ ਲੰਘਦੀਆਂ ਪਈਆਂ, ਦੁਕਾਨਾਂ ਤੇ ਉੱਥੇ ਹੀ ਨੇ, ਦੁਕਾਨਾਂ ਤੇ ਚੱਲਦੀਆਂ ਪਈਆਂ ਨੇ, ਦੁਕਾਨਾਂ ਕੋਈ ਢਾਈ ਨਹੀਂ ਗਈਆਂ। ਹਾਂ, ਥੜੇ ਦੇ ਉੱਤੇ ਬੈਠੇ ਹੋਏ ਜਿਹੜੇ ਲੋਕ ਐਵੇਂ ਆਪਣਾ ਕੋਟ ਪਾ ਕੇ ਥੜੇ ਤੇ ਬੈਠ ਕੇ ਚੌਂਕੜੀ ਮਾਰ ਕੇ ਰੋਕਿਆ ਸੀ ਰਸਤਾ, ਉਹਨਾਂ ਦਾ ਰਸਤਾ ਖਤਮ ਕੀਤਾ ਹੈ, ਉਹਨਾਂ ਦੀ ਉਹ ਜਿਹੜੀ ਬਲੌਕੀ ਉਹ ਖਤਮ ਕੀਤੀ ਹੈ। ਉਹਨਾਂ ਨੂੰ ਦੱਸਿਆ ਕਿ ਤੁਸੀਂ ਇੱਥੇ ਨਹੀਂ ਬੈਠਣਾ, ਅਗਰ ਬੈਠਣਾ ਤਾਂ ਦੁਕਾਨ ਦੇ ਵਿੱਚ ਬੈਠੋ। ਜਿਸ ਦੁਕਾਨਦਾਰ ਨੇ ਤੁਹਾਡੇ ਕੋਲੋਂ ਪੈਸੇ ਲੈਂਦੇ ਨੇ ਉਹ ਆਪਣਾ ਕਿਰਾਇਆ ਦਿੰਦਾ ਪਿਆ ਤੇ ਅੱਗੋਂ ਤੁਹਾਨੂੰ ਨੇ ਬਿਠਾਤਾ, ਤੁਸੀਂ ਉਹਦਾ ਕਿਰਾਇਆ ਦੇਣਾ, ਤੁਸੀਂ ਉਹਦੀ ਦੁਕਾਨ ਦੇ ਥੜੇ ਉੱਤੇ ਜਾ ਕੇ ਬੈਠੋ, ਤੁਸੀਂ ਵੱਖਰੇ ਨਾਲ ਚੌਂਕੜੀ ਮਾਰ ਕੇ ਬੈਠੋ, ਤੁਸੀਂ ਇਹਦੇ ਚਟਾਈ ਨਹੀਂ ਵਿਛਾ ਸਕਦੇ। ਜਦੋਂ ਉੱਥੇ ਨਹੀਂ ਚਟਾਈ ਵਿਛਾਈ, ਪਹਿਲੇ ਸਾਡੀਆਂ ਧੀਆਂ ਭੈਣਾਂ ਸਾਡੀਆਂ ਮਾਵਾਂ ਜੋ ਜਾਂਦੀਆਂ ਸਨ ਤੇ ਉਹ 2 ਔਰਤਾਂ ਜੁੜ ਕੇ ਨਹੀਂ ਸਨ ਟੁਰ ਸਕਦੀਆਂ, ਅੱਗੇ ਪਿੱਛੇ ਟੁਰਦੀਆਂ ਸਨ। ਹੁਣ 4 ਔਰਤਾਂ ਟੁਰ ਕੇ ਲੰਡੇ ਚੋਂ ਨਿਕਲਦੀਆਂ ਨੇ। ਇਹ ਸਹੂਲਤ ਨਹੀਂ ਕਿ ਪਹਿਲੇ ਬੰਦਾ ਬੁੱਢੀ ਦੇ ਨਾਲ ਖਹਿ ਕੇ ਲੰਘਦਾ ਸੀ, ਹੁਣ ਕਿਸੇ ਦੀ ਜ਼ਰੂਰਤ ਨਹੀਂ ਖਹਿ ਕੇ ਲੰਘੇ ਕਿਉਂਕਿ ਜਗ੍ਹਾ ਹੀ ਇੰਨੀ ਜ਼ਿਆਦਾ, ਉੱਥੇ ਔਰਤ ਲੰਘਦੀ ਪਈ ਹੈ ਨਾ, ਤੇ ਬੰਦਾ ਉੱਥੋਂ ਅਗਰ ਖਹਿ ਕੇ ਲੰਘੇਗਾ ਤੇ ਛਿਤਰੋਲ ਹੀ ਖਾਏਗਾ ਨਾ। ਸਰ ਇੱਕ ਤੇ ਸੀਸੀਡੀ ਫੋਰਸ ਦੀ ਵੀ ਮੈਂ ਗੱਲ ਕਰ ਰਿਹਾ, ਕ੍ਰਾਈਮ ਕੰਟਰੋਲ ਡਿਪਾਰਟਮੈਂਟ ਦੀ। ਇੱਕ ਰੀਸੈਂਟ ਵਾਕਿਆ ਹੋਇਆ ਨੂਨ ਲੀਗ ਦੇ ਕਿਸੇ ਰਿਸ਼ਤੇਦਾਰਾਂ ਦਾ, ਡਿਪਟੀ ਵਜ਼ੀਰ ਆਜ਼ਮ ਦੇ, ਉਹ ਕਹਿੰਦੇ ਨੇ ਕਿ ਆਵਾਮ ਇਹ ਕਹਿੰਦੀ ਕਿ ਗਰੀਬ ਵਾਸਤੇ ਤਾਂ ਸੀਸੀਡੀ ਹੈ, ਅਮੀਰ ਵਾਸਤੇ ਫਿਰ ਸੀਸੀਡੀ ਕਿਉਂ ਨਹੀਂ? ਨਹੀਂ, ਉਹਦੇ 'ਚ ਅਮੀਰ ਹੋਵੇ ਜਾਂ ਗਰੀਬ ਹੋਵੇ, ਸੀਸੀਡੀ ਨੇ ਕੰਮ ਕੀਤੇ ਨੇ। ਦੇਖੋ ਅਸੀਂ ਰਹਿੰਦੇ ਹਾਂ ਮਹੱਲਿਆਂ ਦੇ ਵਿੱਚ, ਅਸੀਂ ਕੋਈ DH ਫੇਸ ਫਲਾਣੇ 'ਚ ਨਹੀਂ ਰਹਿਣ ਵਾਲੇ ਲੋਕ, ਮਹੱਲਿਆਂ 'ਚ ਰਹਿੰਦੇ ਹਾਂ। ਸਾਨੂੰ ਪਤਾ ਹੈ ਕਿ ਮਹੱਲਿਆਂ ਦੇ ਵਿੱਚ ਛੋਟੇ ਛੋਟੇ ਮਹੱਲੇ ਹੁੰਦੇ ਨੇ, ਉੱਥੇ ਇੱਕ ਬੰਦਾ ਬਦਮਾਸ਼ ਰਹਿੰਦਾ ਤੇ ਸਾਰਾ ਮਹੱਲਾ ਉਹਦੇ ਕੋਲ ਡਰਦਾ ਹੈ। ਤੇ ਉਹਨਾਂ ਬਦਮਾਸ਼ਾਂ ਨੂੰ ਖੁੱਡਿਆਂ 'ਚ ਜਾਣਾ ਪਿਆ। ਮਾਵਾਂ ਬੇਟੀਆਂ ਵੀ ਡਰਦੀਆਂ ਨੇ, ਮਾਂ ਬੇਟੀਆਂ ਕੀ ਮੈਂ ਕਹਿੰਦਾ ਤੇ ਉੱਥੇ ਉਹਨਾਂ ਨੇ 4-4 5-5 ਚੋੜੇ ਖਾਂ ਬਿਠਾਏ ਹੁੰਦੇ ਸਨ, ਉਹਨਾਂ ਨੇ ਗੰਨਾਂ ਫੜੀਆਂ ਨੇ, ਗਲੀਆਂ 'ਚ ਨੋ ਗੋ ਏਰੀਆ ਬਣ ਗਿਆ ਸੀ। ਤੇ ਹੁਣ ਗਲੀਆਂ ਮਹੱਲਿਆਂ ਦੇ ਵਿੱਚ ਨਾ ਕੋਈ ਬੰਦਾ ਬਦਮਾਸ਼ ਨਹੀਂ ਜੇ, ਕੋਈ ਕੰਨ ਟੁੱਟਾ ਮਾਂ ਨਹੀਂ ਰੱਖਿਆ, ਕੋਈ ਮਾਂ ਐਸੀ ਨਹੀਂ ਕਿ ਜਿਹੜੀ ਕਹਿੰਦੀ ਮੇਰੇ ਪੁੱਤਰ ਕੋ ਸਾਰੇ ਮਹੱਲਾ ਡਰਦਾ। ਹੁਣ ਕੋਈ ਡਰ ਖੌਫ ਨਹੀਂ, ਹਰ ਬੰਦਾ। ਮੇਰੇ ਮਹੱਲੇ ਦੇ ਵਿੱਚ ਇੱਕ ਬੱਚੀ ਨੂੰ ਲੜਕਿਆਂ ਨੇ ਛੇੜਿਆ, ਉਹ ਬੱਚੀ ਨੇ ਇਕੱਲੇ ਹੀ 15 ਤੇ ਕਾਲ ਕੀਤੀ ਤੇ ਥਾਣੇ ਚਲੀ ਗਈ। ਥਾਣੇ ਜਾ ਕੇ ਉਹਦੇ ਖਿਲਾਫ ਐਕਸ਼ਨ ਹੋਇਆ ਤੇ ਬੱਚਿਆਂ ਨੂੰ ਘਰਾਂ ਦੇ ਵੀ ਕੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਜਾ ਚੁੱਕ ਕੇ ਲਿਆਂਦਾ। ਤੇ ਪਹਿਲੇ ਤਾਂ ਕੋਈ ਸੁਣਦਾ ਹੀ ਨਹੀਂ ਸੀ। ਕੰਨ ਟੁੱਟੇ ਦਾ ਫੋਨ ਜਾਂਦਾ, ਜੋ SHO ਸਾਹਿਬ ਮੈਂ ਨਾ ਇੱਥੇ ਮੈਂ ਬੈਠਾ ਵਾ, ਤੁਸੀਂ ਫਿਕਰ ਨਾ ਕਰੋ, ਮੈਂ ਆਪਣੇ ਕੋਲ ਬੁਲਾ ਲਿਆ ਡੇਰੇ ਤੇ। ਉਹਨਾਂ ਨੇ ਵਿਚਾਰੀ ਬੱਚੀ ਜਿਹਨੂੰ ਜ਼ਿਆਦਾ ਹੋਏ, ਮਾਂ ਪਿਓ ਨੇ ਇੱਕੋ ਹੀ ਕਹਿਣਾ ਤੁਹਾਨੂੰ ਕਿਹਾ ਨਾ ਬਸ ਠੀਕ ਹੈ, ਉਹਨੂੰ ਬਾਫੀ ਕੋ ਮਹੱਲੇਦਾਰੀ ਹੈ, ਬਸ ਛੱਡੋ। ਤੇ ਉਹ ਸਟਾਈਲ ਉਹਨਾਂ ਦੇ, ਤੁਹਾਨੂੰ ਕਿਹਾ ਤਾਂ ਨਾ ਬੀਬੀ, ਤੁਹਾਨੂੰ ਕਿਹਾ ਨਾ ਬਸ ਕਰ, ਬਸ ਉਹਨਾਂ ਅੱਗੇ ਨਹੀਂ ਜਾਣਾ, SHO ਨਹੀਂ ਜਾ, ਮੈਂ ਬੈਠਾ, ਤੂੰ SHO ਨੂੰ ਫੋਨ ਕਰਨੀ ਪਈ। ਹੁਣ SHO ਨੂੰ ਵੀ ਪਤਾ ਕਿ ਇੱਥੇ ਬੀਬੀ ਆ ਗਈ ਹੈ, ਨਹੀਂ ਕਰੇਗੀ ਤੇ ਫਿਰ ਜਿੱਦਾਂ ਮਰੀਮ ਨਵਾਜ਼ ਸਾਹਿਬਾ ਜ਼ਿੰਦਾ ਨੇ, ਉਹਨਾਂ ਨੂੰ ਇਹਨਾਂ ਨੇ ਉਹਨਾਂ ਦੇ ਪੋਰਟਲ ਦੇ ਉੱਤੇ ਗੱਲ ਛੁੱਟ ਦੇਣੀ ਹੈ। ਠੀਕ ਹੈ, ਉਹਨਾਂ ਦੀ ਲਾਈਨ ਦੇ ਉੱਤੇ ਜਿਹੜੀ ਉਹਨਾਂ ਦੀ ਹੈਲਪਲਾਈਨ ਉਹਦੇ ਤੇ ਗੱਲ ਗਈ ਤੇ ਫਿਰ ਸਮਝੋ SHO ਫਾਰਗ। ਤੇ ਇਹ ਦੱਸੋ ਮੈਨੂੰ ਕਿ ਚੇਂਜਿੰਗ ਆਈ ਹੈ ਕਿ ਨਹੀਂ ਆਈ? ਪੀਰਾ ਫੋਰਸ ਹੋਵੇ ਜਾਂ CCD ਹੋਵੇ। ਇਹ ਦੇਖੋ ਪਹਿਲੇ ਬੱਚੀਆਂ ਨਾਲ ਗਲੀਆਂ ਮਹੱਲੇ 'ਚ ਜ਼ਿਆਦਤੀ ਹੁੰਦੀ ਸੀ, ਹੈ ਕੋਈ ਜਿਹੜਾ ਮਰਜ਼ੀ ਆਪਣੇ ਡੇਰੇ ਤੇ ਲੈ ਜਾਂਦਾ ਸੀ, ਉਹਨੇ ਜ਼ਿਆਦਤੀ ਕਰ ਦਿੰਦਾ ਸੀ। ਤੇ ਅੱਜ ਕੀ ਹੋ ਰਿਹਾ? ਕਿਸੇ ਦੀ ਜ਼ਰੂਰਤ ਹੈ? ਹਾਂ, ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਲੋਕਾਂ ਨੂੰ ਇਹ ਗੱਲ ਚੁੱਭਦੀ ਹੈ, ਤੇ ਚੁੱਭਦੀ ਜਾਵੇ, ਅਸੀਂ ਕੰਮ ਕਰਨਾ ਕਰਦੇ ਜਾਵਾਂਗੇ। ਠੀਕ ਸਰ, ਮਾਜ਼ੀ ਦੇ ਵਿੱਚ ਨਾ ਹਰ ਤੁਹਾਡੀ ਜਮਾਤ ਤੇ ਵੀ ਬੜਾ ਮੁਸ਼ਕਿਲ ਵਕਤ ਆਇਆ, ਸਾਰੀਆਂ ਜਮਾਤਾਂ ਤੇ ਮੁਸ਼ਕਿਲ ਟਾਈਮ ਆਉਂਦਾ ਹੈ। ਅੱਜ ਜਿਹੜਾ ਮੁਸ਼ਕਿਲ ਵਕਤ ਤਹਿਰੀਕ ਇਨਸਾਫ ਤੇ ਆਇਆ, ਉਹਨਾਂ ਨਾਲ ਜਿਹੜਾ ਹੋ ਰਿਹਾ ਉਹ ਠੀਕ ਹੋ ਰਿਹਾ? ਦੇਖੋ ਮੈਂ ਨਹੀਂ ਕਹਿੰਦਾ ਠੀਕ ਹੋ ਰਿਹਾ, ਲੇਕਿਨ ਇਸ ਪਾਰਟੀ ਦੇ ਕੋਲ ਇੱਕ ਪੋਲੀਟੀਕਲ ਗਲਤੀ ਹੋ ਗਈ, ਔਰ ਗਲਤੀ ਦਾ ਖਮਿਆਜ਼ਾ ਜਿਹੜਾ ਨਾ ਉਹ ਭੁਗਤਣਾ ਪੈਂਦਾ ਹੈ। ਠੀਕ ਹੈ, ਪਾਕਿਸਤਾਨ ਮੁਸਲਿਮ ਲੀਗ ਨੂਨ ਹੋਵੇ, ਪਾਕਿਸਤਾਨ ਮੁਸਲਿਮ ਲੀਗ ਕਾਫ ਹੋਵੇ, ਜਾਂ ਪਾਕਿਸਤਾਨ ਪੀਪਲਸ ਪਾਰਟੀ ਹੋਵੇ, ਜਮਾਇਤ ਇਸਲਾਮੀ ਹੋਵੇ, ਕੋਈ ਵੀ ਪਾਰਟੀ ਹੋਵੇ, ਜਦੋਂ ਤੁਸੀਂ ਆਪਣੀ ਪਾਕ ਫੌਜ ਦੇ ਖਿਲਾਫ ਚੱਲੋਗੇ, ਆਪਣੀ ਪਾਕ ਫੌਜ ਦੇ ਮੁਜੱਸਮਿਆਂ ਨੂੰ, ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਮੁਲਕ ਦੀ ਖਾਤਰ, ਉਹ ਭਾਵੇਂ ਤਾਰਗਿਲ ਹੋਵੇ ਤੇ ਭਾਵੇਂ ਸਰ ਤੁਸੀਂ ਹੋਵੋ, ਭਾਵੇਂ ਉਹ ਮੌਲਾਨਾ ਫਜ਼ਲ ਰਹਿਮਾਨ ਹੋਵੇ ਤੇ ਭਾਵੇਂ ਮੌਲਾਨਾ ਫਜ਼ਲ ਰਹਿਮਾਨ ਦਾ ਪਿਓ ਹੋਵੇ, ਜਿਹੜਾ ਸ਼ਖਸ ਇਹਨਾਂ ਲੋਕਾਂ ਦੇ ਬਾਰੇ ਗੱਲ ਕਰੇਗਾ ਕਿ ਜਿਨ੍ਹਾਂ ਨੇ ਆਪਣੀ ਜਾਨ ਦੇ ਨਜ਼ਰਾਨੇ ਦੇ ਕੇ ਸਾਡੀ ਤੇ ਤੁਹਾਡੀ ਹਿਫਾਜ਼ਤ ਕਰਨੀ, ਉਹਨਾਂ ਦੇ ਮੁਜੱਸਮੇ ਇਸ ਕਰਕੇ ਨਹੀਂ ਬਣਾਏ ਗਏ ਕਿ ਉਹਨਾਂ ਨੂੰ ਪੂਜੋ। ਇਹ ਮੁਜੱਸਮਾ ਅਗਰ ਕਿਸੇ ਸ਼ਹੀਦ ਇਨਸਾਨ ਦਾ ਮੁਜੱਸਮਾ ਬਣਾਇਆ ਜਾਂਦਾ ਹੈ ਤਾਂ ਉਹਦੀ ਯਾਦਗਿਰੀ ਦੱਸੀ ਜਾਂਦੀ ਹੈ ਕਿ ਇਹ ਸ਼ਖਸ ਹੈ ਜਿਹਨੇ ਫਲਾਂ ਮਾਰਕਾ ਮਾਰਿਆ ਸੀ, ਇਸ ਮਾਰਕੇ ਦੇ ਵਿੱਚ ਉਹ ਸ਼ਹੀਦ ਹੋਇਆ, ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ
ਆਉਣ ਵਾਲੇ ਯੂਥ ਨੂੰ ਪਤਾ ਚੱਲੇ ਕਿ ਯਾਰ ਅਜ਼ੀਜ਼ ਭੱਟੀ ਸਾਹਿਬ ਦੇ ਇਹ ਕਮਾਲ ਸਨ, ਠੀਕ ਹੈ ਯਾਰ ਇਮਾਮ ਆਲਮ ਸਾਹਿਬ ਦੇ ਇਹ ਹੈਗੇ ਸਨ, ਉਹਨਾਂ ਦੇ ਜਿਹੜੇ ਕਰਾਮਾਤ ਨੇ, ਉਹਨਾਂ ਦੇ ਜਿਹੜੇ ਜਜ਼ਬਾਤ ਨੇ, ਜਿਹੜੀ ਉਹਨਾਂ ਦੇ ਜਦੋਜਹਿਦ ਕੀਤੀ, ਜਿਹੜੀ ਉਹਨਾਂ ਨੇ ਪਾਕਿਸਤਾਨ ਦੇ ਵਾਸਤੇ ਦੀ ਸਰਹੱਦਾਂ ਵਾਸਤੇ ਆਪਣੀ ਜਾਨ ਦਾ ਨਜ਼ਰਾਨਾ ਦੇ ਕੁਰਬਾਨੀ ਦੀ, ਉਹਨਾਂ ਦਾ ਰਿਮਾਈਂਡਰ ਕਰਨ ਵਾਸਤੇ ਇੱਕ ਮੁਜੱਸਮਾ ਬਣਾਇਆ ਜਾਂਦਾ, ਇੱਕ ਤਸਵੀਰ ਲਾਈ ਜਾਂਦੀ ਹੈ ਤਾਂ ਕਿ ਲੋਕ ਯਾਦ ਰੱਖਣ। ਹੁਣ ਤੁਸੀਂ ਜਾ ਕੇ ਉਹ ਮੁਜੱਸਮੇ ਤੋੜਦੇ ਹੋ, ਤੁਸੀਂ ਫੌਜੀਆਂ ਦੀ ਵਰਦੀਆਂ ਫਾੜਦੇ ਹੋ, ਤੁਸੀਂ ਉਹਨਾਂ ਦੇ ਕਮਾਂਡਰ ਹਾਊਸ ਕੋਲ ਕਮਾਂਡਰ ਹਾਊਸ ਜਾ ਕੇ ਹਮਲਾ ਕਰਦੇ ਹੋ ਤੇ ਫਿਰ ਕਹੋ ਜੀ ਹਮ ਠੀਕ ਹੈ, ਤੇ ਇੰਜ ਨਹੀਂ ਹੁੰਦਾ। ਦੇਖੋ ਜਿਹੜੇ ਲੋਕ ਤੁਸੀਂ ਹੋ, ਤੁਸੀਂ ਮੇਰੀ ਹਿਫਾਜ਼ਤ ਵਾਸਤੇ ਖਲੋਵੋ ਤੇ ਸਹੀ ਨਹੀਂਗਾ, ਬਿਲਕੁਲ ਗਲਤ ਹੈ। ਹੁਣ ਸਲਮਾਨ ਤਸੀਰ ਸਾਹਿਬ ਨੇ ਉਹਨਾਂ ਦੇ ਗਾਰਡ ਨਹੀਂ ਮਾਰ ਦਿੱਤਾ, ਇਹ ਕੋਈ ਤਰੀਕਾ ਬਈ? ਗਾਰਡ ਦੀ ਹੁੰਦੇ ਹਿਫਾਜ਼ਤ ਕਰਨ ਵਾਲੇ, ਤੇ ਅਗਰ ਇੱਕ ਮੇਰੇ ਨਾਲ ਗਨਮੈਨ ਜਾਂਦੇ ਨੇ, ਗਾਰਡ ਹੈਗੇ ਨੇ, ਮਿਸਾਲ ਤੇ ਗਾਰਡ ਲੈ ਕੇ ਜਾਣਾ ਵਾ, ਹੁਣ ਉਹੀ ਗਾਰਡ ਮੈਨੂੰ ਠੋਕ ਦੇਵੇ ਤੇ ਮੈਨੂੰ ਗਾਰਡ ਰੱਖਣ ਦਾ ਫਾਇਦਾ ਕੀ? ਹੁਣ ਦੇਖੋ ਨਾ, ਇੱਕ ਸੀਟ ਦੇ ਉੱਤੇ ਕਿਸੇ ਨੂੰ ਅਗਰ ਕੋਈ ਤਹਫਜ਼ਾਤ ਨੇ, ਕੋਈ ਗੱਲ, ਤਾਂ ਉਹਨਾਂ ਦੇ ਨਾਲ ਕੋਈ ਜ਼ਿਆਦਤੀ ਨਹੀਂ ਹੋ ਰਹੀ, ਹਾਂ ਉਹਨਾਂ ਦੀ ਕੋਈ ਗਲਤੀ ਹੋਈ ਹੈ, ਉਸ ਗਲਤੀ ਦਾ ਖਮਿਆਜ਼ਾ ਭੁਗਤਦੇ ਪਏ ਨੇ, ਭੁਗਤਣਗੇ। ਜਦੋਂ ਭੁਗਤ ਲੈਣਗੇ, ਆਪਣੀ ਵਾਰੀ ਤੇ ਬਾਹਰ ਆਣਗੇ ਤੇ ਫਿਰ ਦੇਖਣਗੇ ਪਬਲਿਕ ਉਹਨਾਂ ਨਾਲ ਕੀ ਕਰਦੀ ਸਲੂਕ। ਅਗਰ ਪਬਲਿਕ ਨੂੰ ਉਹੀ ਦੁਬਾਰਾ ਚਾਹੀਦਾ ਹੋਵੇ, ਪਬਲਿਕ ਵੋਟ ਦੇਵੇ, ਉਹ ਕਾਮਯਾਬ ਹੋ ਜਾਣ ਤੇ ਜਾ ਕੇ ਰਿਆਸਤ ਸੰਭਾਲ। ਦਿੱਤਾ ਪਬਲਿਕ ਨੇ, ਦੇਖੋ ਪਬਲਿਕ ਨੇ ਵੋਟ ਦਿੱਤਾ, ਉਹ ਕਿਤੇ ਗਏ ਕਿੱਥੇ? ਤੁਹਾਨੂੰ ਕਿੰਨੇ ਕਿ ਉਹਨਾਂ ਨੂੰ ਵੋਟ ਮਿਲਿਆ? ਜਦੋਂ ਤੁਸੀਂ ਹੁਣ ਇੱਕ ਬੰਦਾ ਤੁਹਾਨੂੰ ਜ਼ਲੀਲ ਕਰੇਗਾ, ਇੱਕ ਬੰਦਾ ਤੁਹਾਡੇ ਮੁਲਕ ਦੇ ਪਰਚਮ ਨੂੰ ਜ਼ਲੀਲ ਕਰੇਗਾ, ਇੱਕ ਬੰਦਾ ਮੁਲਕ ਦੇ ਪਰਚਮ ਦੇ ਉੱਤੇ ਬਕਵਾਸ ਕਰੇਗਾ, ਜਾਂ ਮੈਂ ਆਪਣੇ ਮੇਰਾ ਪਾਕ ਵਤਨ ਹੈ, ਮੈਂ ਇਸ ਮੁਲਕ ਨਾਲ ਪਿਆਰ ਕਰਨਾ, ਮੈਂ ਇਸ ਮੁਲਕ ਦੀ ਮਿੱਟੀ ਨਾਲ ਪਿਆਰ ਕਰਨਾ। ਸਰ ਜ਼ਮੀਨ ਜਿਹੜੀ ਹੈ ਨਾ ਸਰ, ਇਹ ਜੋ ਜ਼ਮੀਨ ਹੈ ਇਹ ਮੇਰੇ ਵਾਸਤੇ ਸਭ ਕੁਝ, ਮੇਰੀ ਮਾਂ ਹੈ, ਮੇਰੀ ਧਰਤੀ ਮੇਰੀ ਮਾਂ ਹੈ, ਔਰ ਇਸ ਧਰਤੀ ਦੇ ਉੱਤੇ ਮੈਂ ਬੈਠ ਕੇ ਖਲੋ ਕੇ ਅਗਰ ਇਹਨੂੰ ਛਤਰੋਲ ਕਰਾਂਗਾ ਤੇ ਇਹ ਧਰਤੀ ਮੈਨੂੰ ਮਾਫ ਕਰੇਗੀ? ਮੇਰਾ ਪਰਚਮ ਜਿਹੜਾ ਨਾ ਮੇਰੇ ਮੁਲਕ ਦੀ ਪਹਿਚਾਨ ਹੈ। ਅਗਰ ਮੈਂ ਇੱਥੇ ਪਰਚਮ ਲਗਾ ਕੇ ਜਾਵਾਂਗਾ, ਜੋ ਮੈਂ ਗੈਰ ਮੁਲਕ 'ਚ ਜਾਵਾਂਗਾ, ਮੈंने ਇੱਥੇ ਪਾਕਿस्तान ਦਾ ਪਰਚਮ ਲਗਾਇਆ ਹੋਣਾ ਔਰ ਮੈਂ ਲਾ ਕੇ ਜਾਣਾ। मैं कोरिया गया से कॉन्फ्रेंस में उत्थे लगाया, मैं दुबई गया वहां इत्थे में लगाया। मैं क्यों लगाना सा? वो इस करके लोगों को मैं दसना ना पवे, वो कमें कि ये जो मिस्टर जा रहा है ना, ये पाकिस्तान में है। देखो ना, पाकिस्तान का परचम मेरी पहचान है, और अगर मैं इस परचम के ऊपर इसकी बेहुरमती करूंगा तो क्या मैं कोई माफी के लायक हूं? अगर मैं अपने फौजी के उस कारनामे को भूल जाऊं और उसका वो तोड़ दूं, मुजस्समा या तस्वीर तोड़ दूं, और मैं यहां तक कि उसके ऊपर छतरोल करूं, तो क्या ये काबिल कबूल है? इसी से मुझे याद आया कि मौलाना फजलुर रहमान साहब, उनका भी बयान आया हुआ है। उन्होंने कहा कुछ हमारे शहीदों के बारे में कि वो तनख्वाह लेते हैं इस चीज की, शहीद होने के लिए। आप उसके ऊपर क्या कहते हैं? देखिए, तनख्वाह कोई भी वो जो अपना तनख्वाह लेता है वो इसलिए लेता है कि फौजियों को ज़िल्लो ख्वार करे। मुझे ये बताएं, इसने कितना कश्मीर की कमेटी का जब चेयरमैन बना था, कितने पैसे इसने कमाए? ये कभी जाता था तो इसको टीएडीए नहीं मिलता था? 55 लाख, तो कितने 55 लाख की तो लस्सी का इंकशाफ हो गया। बस ये बताएं मुझे कि ये इससे क्या कश्मीर को आजाद करवा दिया? ये कश्मीर की कमेटी का जो चेयरमैन बना था, इसने कश्मीरियों के लिए किया क्या है? बस ये बता दें। अगर फौजी लोग जो है तनख्वाह लेते हैं, तो मैं ये कहता हूं, मैं बरमला कहता हूं आपके चैनल पे ये कहता हूं कि जनाब मौलाना साहब, आप ऐसे ही करें ना, अपने बच्चों को भी भर्ती करवा दें, आप फौज में भर्ती करवाएं, आप उनको अमेरिका में ना भेजें। आप अमेरिका के लोगों को गालियां निकालते हो और अपने बच्चों को तालीम के लिए उधर भेजते हो। सही यही बात है ना, जिसका खाओ उसके गुण भी गाओ। अगर आपने कहेंगे जी इनका ये लोग तनख्वाह लेते हैं, यार तनख्वाह लेते हैं, अब ये तनख्वाह आप नहीं लेते। आपने क्या किया? आपने कभी भी कोई बात ऐसी की है? लोग आपको डीजल कहते हैं, खुदा ना खास्ता आप डीजल तो नहीं है। डीजल जो है ना, डीजल, इसका मुझे नहीं पता कि डीजल क्यों कहते हैं, लेकिन ये डीजल साहब जो है ना, जब भी बात करते हैं वो समझते हैं कि मैं सब कुछ हूं, लेकिन नहीं। देखो, एक दफा ना पिछले दिनों में इन्होंने बहुत अजीब सी बात की थी, तो मैंने भी उसके लिए जवाब दिए हैं, इसमें मैंने कोई शर्माया नहीं हूँ। मेरी कम्युनिटी की बच्चियों के लिए उन्होंने कहा जी मैं 10-10 साल की बच्चियों की शादी जो है ना करवाऊंगा। मैंने कहा कि 13 साल 10 साल की शादी करवाते हो यार, ये कुछ जमाना है यार, कोई खुदा का खौफ खाओ यार। या तो पहले मैं हूं या आप है यार, मेरी माँ भी है, बहन भी है, बेटी भी है, बेटियां भी हैं। मैं चाहूंगा कि मेरी 10 साल की बेटी जो है वो 40 साल के बंदे से ब्याह जाए। अगर मेरा जमीन मेरी बेटी के लिए नहीं है, तो दूसरी मेरी कौम की बेटियां वो मेरी नहीं है। पॉइंट। अगर आप जाते हो तो जाकर कहते हो तो ये मैं कर दूंगा, क्यों करूंगा भाई?
सबसे पहले मुझे अपनी बेटी को देखना है। अगर मैं चाहता हूँ कि मेरी बेटी डॉक्टर बने और शादी करे, मैं चाहता हूँ मेरी बेटी वकील बने और शादी करे, मैं कहता हूँ मेरी बेटी जो है 25 साल की हो या 30 साल की हो, लेकिन वो एक अफसर बन के तो फिर जाके शादी करे। अगर मैं अपनी बेटी के लिए सोच रहा हूँ तो मुझे अपने हमसाये की बेटी के लिए भी यही सोचना है, क्योंकि खुदा का कलाम फरमाता है कि अपने पड़ोसी से अपनी मानद मोहब्बत रख। ये नहीं है कि पड़ोसी भूखा है और तू अपना चलगे खावे पे है, नहीं होता। सर पाकिस्तान ਦੀ ਸਿਆਸਤ ਦੀ ਗੱਲ ਕਰ ਰਹੇ ਸੀ, ਤੁਹਾਨੂੰ ਨਹੀਂ ਲੱਗਦਾ ਕਿ ਮੁਜ਼ਾਕਰਾਤ ਹੋਣੇ ਚਾਹੀਦੇ ਨੇ? ਜਿਹੜਾ ਸਿਆਸੀ ਟੈਂਪਰੇਚਰ ਹੈ ਇਹਨੂੰ ਘੱਟ ਹੋਣਾ ਚਾਹੀਦਾ ਹੈ? हाँ, सियासतदान जो है ना इनको आपस में मिल बैठ के काम करना चाहिए। तमाम पार्टीज के सरबराहान को अपना सर जोड़ना चाहिए जमहूरियत की बहाली के लिए, जमहूरियत को कायम रखने के लिए, जमहूरियत के कलमधान को चलाने के लिए। तो ये मैं चाहता हूँ कि तमाम की तमाम पार्टी आपस में जो इनकी लड़ाई झगड़े हैं वो होना चाहिए। इनके अंदर एक दूसरे को समझाना चाहिए कि आप ये काम गलत करती है, ये करते हैं। ओपोजिशन का भी होना बहुत जरूरी है, लेकिन तमाम के तमाम सरबराहान जो हैं, जितनी भी पार्टीज हैं, इन तमाम सियासतदानों को, पॉलिटिकल लोगों को आपस में मुत्फिका तौर पे एक बात पे कायम होना चाहिए और सिर्फ यही बात होनी चाहिए कि पाकिस्तान है तो हम हैं, अगर पाकिस्तान नहीं है तो हम। सर एक आखिरी चीज है कि पाकिस्तान का एज अ क्रिश्चियन मेंबर पार्लियामेंट और क्रिश्चियन कम्युनिटी के रहनुमा, आप जो ईरान और अमेरिका की जंग थी उसके ऊपर पाकिस्तान का किरदार है, उसके ऊपर आप क्या कहेंगे? वो तो सारी दुनिया ने देखा है जी। शहबाज पाकिस्तान मियाँ शहबाज शरीफ और हमारे जो आसम मुनीर फील्ड मार्शल जो आसम मुनीर साहब हैं, इन्होंने जो कुछ करके दिखाया है पूरी दुनिया हमें सैल्यूट करती है। पहले पाकिस्तान का इमेज कुछ और था, लोग हमें दहशतगर्द कहते थे, वो कहते थे दहशतगर्दों को पालने वाले लोग हैं ये दहशतगर्द जो है ना ये मसाजिद के अंदर घुसे हुए हैं, वहाँ पे ट्रेनिंग लेते हैं, अब ये करते हैं वो। लेकिन पाकिस्तान के वजीर आजम ने और फील्ड मार्शल ने और अपनी रियासत के तमाम लोगों को साथ लेकर उनके काम से ये साबित हो गया कि पाकिस्तान जो है वो अमन सलामती खुशहाली का गहवारा है। और ये पाकिस्तान कोई लड़ाई नहीं चाहता, कोई दहशतगर्द मुल्क नहीं है, और आज हर मुल्क का जो इंसान है वो पाकिस्तान को सैल्यूट करता है। शहबाज शरीफ साहब ਨਾਲ ਹੁਣ ਤੁਹਾਡੀ ਮੁਲਾਕਾਤ ਹੋਵੇ, ਅਗਰ ਤੁਸੀਂ ਉਹਨਾਂ ਨੂੰ ਇੱਕ ਗੱਲ ਕਰਨੀ ਹੋਵੇ ਕੀ ਕਹੋਗੇ? ਮਾਈ ਬੌਸ, ਗॉड ब्लेस यू। गॉड ब्लेस यू। ठीक है, ਤੁਸੀਂ ਆਪਣੀ ਕਮਿਊਨਿਟੀ ਨੂੰ ਇੱਕ ਆਖਰੀ ਪੈਗਾਮ ਦੇਣਾ ਹੈ, ਪਾਕਿस्तान ਦੀ ਜਿੰਨੀ ਕ੍ਰਿਸਚੀਅਨ ਕਮਿਊਨਿਟੀ ਹੈ ਉਹਨੂੰ ਪੈਗਾਮ ਦੇਣਾ, ਕੀ ਪੈਗਾਮ ਦਿਓਗੇ? मैं अपनी कम्युनिटी के अगे रिक्वेस्ट करता हूँ, करांगा कि सारे लोग, हमारे मजहबी रहनुमा, हमारे सियासी रहनुमा, हमारे सोशल एक्टिविस्ट जो है, ये सब के सब एक दरख्त के नीचे खड़े हो जाएं तो पाकिस्तान के अंदर बसने वाली क्रिश्चियन कम्युनिटी से बड़ी ताकत कोई ताकत नहीं है। सर कुछ नाम है उनके, आपने एक एक जुमला उनके बारे में कहना है। पहला नाम है जनाब बिलावल भुट्टो जरदारी साहब। बिलावल भुट्टो साहब अच्छे इंसान हैं, वो जुल्फकार अली भुट्टो के निवासी हैं। ठीक है। बानी पीटीआई इमरान खान साहब जो है ना वो बस तेज धार उस तरह होता है ना, गुस्सा तो उनके अंदर से तो भरा हुआ था, लेकिन वो एक ऐसा इंसान है कि वो जैसे नासमझ बच्चा होता है ना, वो पॉलिटिकल लेवल पे नासमझ बच्चा है। ठीक है। हमजा शहबाज जो है ना वो अपने बाप से और अपने ताया से जितनी तालीम और जितना कुछ नॉलेज उसके पास है ना, वो एक बहुत बड़ा एक अच्छा इंसान है, और उस जैसा इंसान मेरी नजर में बहुत कम है। ठीक है। मरियम औरंगजेब साहब जो है ना, वो भी चूंकि बचपन से लेके ना तो इस उम्र तक वो इसी खानदान की चश्मो चराग हैं, इनके साथ चली हैं, उनकी वालिदा भी, ये भी, इनकी फैमिली भी। तो मैं ये कहने पे मजबूर हूँ कि मरियम औरंगजेब साहिबा जो है ना वो एक अच्छी, समझदार, खूबसूरत और अच्छे जहन की मालिका है, और वो इस पाकिस्तान मुस्लिम लीग नून के अंदर एक मेहनती खातून के नजर से देखी जाती है। शाहिद खाकान अब्बासी, वो भी बहुत अच्छे और शरीफ आदमी है, वो मियां नवाज शरीफ के एक अच्छे साथी हैं, थे और रहेंगे। आज भी नवाज शरीफ की वो नाम लेकर ही बात करते हैं, वो चाहे वो जितनी मर्जी पार्टियां बना ले, वो कहते हैं कि मेरा जो लीडर है वो मियां नवाज शरीफ। सर बहुत बहुत शुक्रिया ਤੁਹਾਡੇ कीमती वक्त ਦਾ। जी नाजरीन, पाकिस्तान ਦੀ ਸਿਆਸਤ ਜਿਹੜੇ ਪਾਸੇ ਮਰਜ਼ੀ ਟੁਰ ਜਾਏ, ਲੇਕਿਨ ਹੱਲ ਇੱਕ ਹੀ ਹੈ, तमाम ਸਿਆਸਤਦਾਨਾਂ ਨੂੰ ਇੱਕ ਮੇਜ਼ ਤੇ ਬਹਿਣਾ ਹੋਏਗਾ। ਤਾਰਿਕ ਮਸੀਹ ਗਿੱਲ ਸਾਹਿਬ ਨੇ ਸਾਡੇ ਨਾਲ ਬੜੀ ਚੰਗੀ ਗੁਫ਼ਤਗੂ ਕੀਤੀ, ਉਹਨਾਂ ਦਾ ਬਹੁਤ ਸ਼ੁਕਰੀਆ। ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।